It's your body, Holy Baba. ਐਡਾ ਕੀ ਹੈ ਕਿ ਆਪਾਂ ਲੇਡੀਜ਼ ਆ, ਕੋਈ ਮੁੰਡਾ ਜਾ ਰਿਹਾ ਉਹਨੇ ਨਿੱਕਰ ਸ਼ਾਰਟ ਪਹਿਨੀ ਹੈ, ਸਾਡਾ ਤਾਂ ਇਸ ਤਰ੍ਹਾਂ ਨਹੀਂ ਹੈ ਨਾ ਕਿ ਆਪਾਂ ਜਾ ਕੇ ਉਹਨੂੰ ਪਕੜ ਕੇ ਤੇ ਉਹਦਾ ਰੇਪ ਕਰ ਦਈਏ। ਪਰ ਅਗਰ ਕਿਸੇ ਪੁਲਿਸ ਅਫੀਸ਼ੀਅਲ ਜਾਂ ਕਿਸੇ ਵੱਡੇ ਬੰਦੇ ਦੀ ਸਿਸਟਰ ਨਾਲ ਇਸ ਤਰ੍ਹਾਂ ਹੁੰਦਾ ਤਾਂ ਕੀ ਹੋਏ। ਉਹਨਾਂ ਦੇ ਮੂੰਹੋਂ ਕੀ ਨਿਕਲਿਆ ਕਿ ਮੈਂ ਇੱਕ ਛਿੱਟ ਪਈ ਹੈ ਤੇ ਮੇਰੀਆਂ ਚੀਕਾਂ ਨਿਕਲ ਗਈਆਂ ਤੇ ਉਹਨੂੰ ਤਾਂ ਜ਼ਿੰਦਾ ਹੀ ਸਾੜ ਦਿੱਤਾ। ਇੱਕ ਮਹੀਨੇ ਦੀ ਬੱਚੀ ਦੇ ਨਾਲ ਰੇਪ ਹੋ ਰਿਹਾ, ਕਿਉਂ ਹੋ ਰਿਹਾ? ਕਿਉਂਕਿ ਉਹਨੇ ਡਾਇਪਰ ਨਹੀਂ ਪਾਇਆ ਤੇ ਮੈਂ ਪ੍ਰਵੋਕ ਹੋ ਗਿਆ। ਵਰਡ ਹੀ ਗਲਤ, ਬਲਾਤਕਾਰ ਬੜਾ ਲੰਬਾ ਵਰਡ, ਗਲਤ ਸਮਝਿਆ ਜਾਂਦਾ। ਜਿਹੜੇ ਕਰਦੇ ਉਹਨਾਂ ਵਾਸਤੇ ਤਾਂ ਕੁਝ ਗਲਤ ਨਹੀਂ, ਉਹਨਾਂ ਵਾਸਤੇ ਤਾਂ ਬਸ ਦੋ ਪਲ ਦਾ ਮਜ਼ਾ ਹੈ ਤੇ ਕਿਸੇ ਦੂਸਰੇ ਦੀ ਤਾਂ ਲਾਈਫ ਬਰਬਾਦ ਹੈ। ਫਾਦਰ ਨੇ ਆਪਣੀ ਬੇਟੀ ਦਾ ਰੇਪ ਕੀਤਾ, ਉਹਨੂੰ ਸਿਰਫ ਇੰਨੀ ਗੱਲ ਸਮਝਾਉਣ ਵਾਸਤੇ ਕਿ ਜੇ ਤੂੰ ਸ਼ਾਰਟਸ ਪਾਏਂਗੀ ਤੇ ਤੇਰੇ ਨਾਲ ਇਹ ਹੋਏਗਾ। ਬਾਲੀ ਹੋਲੀ ਬਾਬਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਜੀ। ਔਰ ਅਸੀਂ ਫਿਰ ਤੁਹਾਨੂੰ ਅੱਜ ਲੈ ਕੇ ਆਏ ਹਾਂ ਜੀ ਅੰਮ੍ਰਿਤਸਰ ਦੇ ਵਿੱਚ। ਔਰ ਅੰਮ੍ਰਿਤਸਰ ਦੇ ਵਿੱਚ ਉਸ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਕਿ ਜਿਨ੍ਹਾਂ ਨੇ ਇੱਕ ਬੁੱਕ ਲਿਖੀ ਹੈ। ਇਹ ਉਹ ਬੁੱਕ ਹੈ ਕਿ ਜਦੋਂ 2012 ਦੇ ਵਿੱਚ ਨਿਰਭੈ ਕਾਂਡ ਹੋਇਆ ਸੀ ਕਿ ਕੁਝ ਲੋਕਾਂ ਵੱਲੋਂ ਇੱਕ ਲੜਕੀ ਦੇ ਨਾਲ ਗੈਂਗ ਰੇਪ ਜਿਹੜਾ ਹੈਗਾ ਸੀ ਉਹ ਕੀਤਾ ਗਿਆ ਸੀ। ਅਤੇ ਆਓ ਆਪਾਂ ਗੱਲ ਕਰਦੇ ਹਾਂ ਪਲਕ ਕੁੰਦਰਾ ਜੀ ਦੇ ਨਾਲ ਹੀ ਕਿ ਕਿਸ ਤਰ੍ਹਾਂ ਇਹਨਾਂ ਨੇ ਸਾਰੀ ਉਹ ਸਰਚ ਕੀਤੀ ਸੀ ਔਰ ਕਿਸ ਤਰ੍ਹਾਂ ਇਹ ਬੁੱਕ ਲਿਖੀ ਹੈ ਔਰ ਕਿਸ ਤਰ੍ਹਾਂ ਮਨ ਬਣਾਇਆ ਸੀ ਕਿ ਇਹ ਬੁੱਕ ਲਿਖਣੀ ਹੈ। ਹਾਂਜੀ ਪਲਕ ਜੀ, ਨਮਸਕਾਰ ਜੀ। ਨਮਸਕਾਰ ਜੀ। ਪਲਕ ਜੀ, ਸਭ ਤੋਂ ਪਹਿਲੇ ਤੇ ਤੁਸੀਂ ਆਪਣੇ ਬਾਰੇ ਥੋੜ੍ਹਾ ਜਿਹਾ ਦੱਸੋ ਜੀ। ਮੈਂ ਥੋੜ੍ਹੀ ਜਿਸ ਤਰ੍ਹਾਂ ਹੁੰਦਾ ਕਿ ਬਿੰਦਾਸ ਟਾਈਪ ਸੀ, ਮੈਂ ਬੋਦਰ ਨਹੀਂ ਸੀ ਕਰਦੀ, ਨਿਊਜ਼ ਵਗੈਰਾ ਨਹੀਂ ਸੀ ਦੇਖਦੀ। ਅਤੇ ਜਦੋਂ ਇਹ ਨਿਰਭਇਆ ਹੋਇਆ ਸੀ ਕਾਫੀ ਇਹਨੂੰ ਹਾਈਪ ਮਿਲੀ ਸੀ ਇਸ ਕੇਸ ਨੂੰ, ਔਰ ਬੜਾ ਲੱਗਦਾ ਸੀ ਸਭ ਨੂੰ ਕਿ ਥੋੜ੍ਹਾ ਜੱਜਮੈਂਟ ਅੱਛੀ ਆਏਗੀ, ਬਟ ਉਹ ਤਾਂ ਹੋਇਆ ਨਹੀਂ, ਉਹਦੇ ਨਾਲ ਇਨਸਾਫ ਨਹੀਂ ਹੋਇਆ। ਮੈਂ ਦਿੱਲੀ ਜਾਣਾ ਸੀ ਅਤੇ 16 ਦਸੰਬਰ ਨੂੰ ਨਿਰਭਇਆ ਕਾਂਡ ਹੋਇਆ, 16 ਦਸੰਬਰ 2012 ਨੂੰ। ਮੈਂ 19 ਦਸੰਬਰ ਨੂੰ ਜਾਣਾ ਸੀ ਅਤੇ ਕਿਉਂਕਿ ਮੈਂ TV ਨਿਊਜ਼ ਚੈਨਲਸ ਨਹੀਂ ਸੀ ਦੇਖਦੀ ਅਤੇ ਮੈਨੂੰ ਬੋਦਰੇਸ਼ਨ ਹੀ ਨਹੀਂ ਸੀ ਕਿ ਕੀ ਹੋ ਰਿਹਾ ਸਾਡੇ ਦੇਸ਼ 'ਚ। ਜਦੋਂ ਮੈਂ ਦਿੱਲੀ ਪਹੁੰਚੀ ਹਾਂ ਅਤੇ ਕਿਸੇ ਕਾਰਨ ਦੀ ਵਜ੍ਹਾ ਨਾਲ ਮੈਂ ਲੇਟ ਹੋ ਗਈ। ਲਾਈਕ ਮੇਰੇ ਜਿਹੜੇ ਮਾਮਾ ਜੀ ਮੈਨੂੰ ਲੈਣ 15 ਮਿੰਟ ਲੇਟ ਆਏ ਅਤੇ ਮੈਨੂੰ ਦੋਨੋਂ ਪਾਸਿਓਂ ਪ੍ਰੈਸ਼ਰ ਸੀ, ਮੇਰੇ ਹਸਬੈਂਡ ਦੇ ਥਰੂ ਕਿ ਕਿਉਂ ਅੱਗੋਂ ਤੋਂ ਜਾਣਾ ਨਹੀਂ ਹੈ ਦਿੱਲੀ, ਅਤੇ ਮੇਰੇ ਮਾਮਾ ਜੀ ਟੈਨਸ਼ਨ 'ਚ ਆ ਗਏ ਕਿ ਉਹ ਸਟੇਸ਼ਨ 'ਤੇ ਇਕੱਲੀ ਖੜੀ ਹੈ। ਹਾਲਾਂਕਿ ਮੈਂ ਉੱਥੇ ਇਕੱਲੀ ਨਹੀਂ ਸੀ, ਕਾਲ ਲੇਡੀ ਆ ਕੇ ਮੇਰੇ ਕੋਲ ਖੜੇ ਹੋ ਗਏ ਸੀ। ਕਾਰ ਪਹੁੰਚੀ, ਜਿਸ ਨਾਲ ਨਾਨਕੇ ਵਗੈਰਾ 'ਚ ਪੈਂਪਰਿੰਗ ਹੁੰਦੀ ਆ, ਉਹ ਨਹੀਂ ਹੋਈ। TV 'ਚ ਵੜੇ ਆ ਸਾਰੇ। ਮੈਂ ਆਪਣੀ ਮਾਮੀ ਨੂੰ ਪੁੱਛਿਆ ਅਤੇ ਉਹਨਾਂ ਨੇ ਫਿਰ ਜਦੋਂ ਮੈਨੂੰ ਐਕਸਪਲੇਨ ਕੀਤਾ, ਮੈਂ ਬਹੁਤ ਰੋਈ। ਮੇਰੇ ਨਾਲ ਮੇਰੀਆਂ ਜਿਹੜੀਆਂ ਕਜ਼ਨ ਸੀ ਉਹ ਰੋਈਆਂ। ਫਿਰ 10 ਦਿਨ ਮੈਂ ਉੱਥੇ ਰਹੀ, ਕੰਟੀਨਿਊਸਲੀ ਰੋਜ਼ ਉੱਥੇ ਜਾ ਰਹੇ, ਪ੍ਰੋਟੈਸਟ ਹੋ ਰਹੀ, ਇਹ ਹੋ ਰਿਹਾ ਉਹ ਹੋ ਰਿਹਾ। ਦੈਨ ਸ਼ੀ ਡਾਈਡ। ਵਾਪਸ ਆਈ ਅਤੇ ਮੈਂ ਥੋੜ੍ਹਾ ਡਿਪਰੈਸ਼ਨ 'ਚ ਸੀ ਕਿ ਕਿਉਂ ਕਰਦੇ ਆ, ਇਹ ਕਿਉਂ ਹੁੰਦਾ ਹੈ। ਐਡਾ ਕੀ ਹੈ ਕਿ ਆਪਾਂ ਲੇਡੀਜ਼ ਆ, ਕੋਈ ਮੁੰਡਾ ਜਾ ਰਿਹਾ ਉਹਨੇ ਨਿੱਕਰ ਸ਼ਾਰਟ ਪਹਿਨੀ ਹੈ, ਸਾਡਾ ਤਾਂ ਇਸ ਤਰ੍ਹਾਂ ਨਹੀਂ ਹੈ ਨਾ ਕਿ ਆਪਾਂ ਜਾ ਕੇ ਉਹਨੂੰ ਪਕੜ ਕੇ ਤੇ ਉਹਦਾ ਰੇਪ ਕਰ ਦਈਏ। ਪਰ ਜਦ ਤੱਕ ਕੁੜੀ ਨੇ ਸ਼ਾਰਟਸ ਪਾਈ ਹੈ ਅਤੇ ਉਹਦੇ ਨਾਲ ਤੁਸੀਂ ਗਲਤ ਕੈਸੇ ਸੋਚ ਸਕਦੇ ਹੋ। ਉਹਦਾ ਜਦੋਂ ਮੈਂ ਉਹਦੀ ਰਿਸਰਚ ਕਰਨੀ ਸ਼ੁਰੂ ਕੀਤੀ, 6 ਮਹੀਨੇ ਸਾਲ 1.5 ਸਾਲ, ਕਿਉਂਕਿ ਇਤਨਾ ਲੰਬਾ ਫਾਸਟ ਟਰੈਕ ਕੋਰਟ ਜਿਹੜੀ ਉਹਨਾਂ ਨੇ ਬਣਾਈ, ਅਗਰ ਉਹਦੇ 'ਚ ਇੰਨਾ ਡਿਲੇ ਹੋ ਰਿਹਾ ਤੁਹਾਡਾ ਜਸਟਿਸ, ਅਤੇ ਨੋਰਮਲ ਕੋਰਟ 'ਚ ਤਾਂ ਫਿਰ ਸਾਲੋਂ ਸਾਲ ਹੀ ਲੱਗ ਜਾਂਦੇ ਆ। ਸਾਡੇ ਦੇਸ਼ 'ਚ ਇਹ ਹੈ ਕਿ ਇੱਕ ਔਰਤ ਦਾ ਜਦੋਂ ਰੇਪ ਹੋਇਆ ਅਤੇ ਉਹਦੀ ਜਦੋਂ ਵਾਰੀ ਆਈ ਸੀ ਜਸਟਿਸ ਦੀ, ਅਤੇ ਉਹ 4 ਸਾਲ ਪਹਿਲੇ ਮਰ ਚੁੱਕੀ ਸੀ। ਸਿਰਫ ਵੂਮਨ ਐਮਪਾਵਰਮੈਂਟ ਕਹਿਣਾ ਕੁਛ ਨਹੀਂ ਹੁੰਦਾ, ਮੈਂਟੈਲਿਟੀ ਨੂੰ ਚੇਂਜ ਕਰਨ ਦੀ ਲੋੜ ਹੈ। ਅਤੇ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ, ਪਹਿਲੇ ਮੈਂ ਇੱਕ ਚੈਪਟਰ ਲਿਖਿਆ, ਆਪਣੇ ਹਸਬੈਂਡ ਨੂੰ ਪੜ੍ਹਾਇਆ। ਉਹਨਾਂ ਨੇ ਕਦੀ ਲਾਈਫ 'ਚ ਕੋਈ ਬੁੱਕ ਨਹੀਂ ਸੀ ਪੜ੍ਹੀ, ਬਟ ਉਹਨਾਂ ਨੇ ਪੜ੍ਹਿਆ ਔਰ ਉਹਨਾਂ ਨੇ ਵੀ ਕਿਹਾ ਬਹੁਤ ਅੱਛਾ ਲਿਖਿਆ। ਅਤੇ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਅਤੇ ਮੈਨੂੰ ਸਮਝ ਨਾ ਆਇਆ ਕਿ ਕੀ ਹੁੰਦਾ ਰੇਪ ਐਕਚੁਅਲੀ, ਉਹਦੀ ਜਿਹੜੇ ਸਿੰਪਟਮਸ ਜਾਂ ਕਿਉਂ ਕਰਦੇ ਆ। ਮੈਂ ਬੜੀ ਰਿਸਰਚ ਕੀਤੀ ਅਤੇ 4 ਸਾਲ ਲੱਗੇ ਮੈਨੂੰ, ਤਕਰੀਬਨ 4 ਕੁ ਸਾਲ ਲੱਗੇ। ਮੈਂ ਬੁੱਕ ਲਿਖੀ, ਬਹੁਤ ਸਿੰਪਲ ਜਿਹੀ ਸਟੋਰੀ ਹੈ, ਕੋਈ ਟਵਿਸਟ ਐਂਡ ਟਰਨਸ ਨਹੀਂ ਹੈਗੇ। ਮੈਂ ਉਹਨੂੰ ਇੱਕ ਨਵਾਂ ਪਹਿਲੂ ਦਿੱਤਾ ਹੈ ਕਿ ਅਗਰ ਕਿਸੇ ਨੋਰਮਲ ਇਨਸਾਨ ਦੇ ਨਾਲ ਇਸ ਤਰ੍ਹਾਂ ਕਾਮਨ, ਜਿਸ ਤਰ੍ਹਾਂ ਪੇਰੈਂਟਸ ਹੈ, ਬ੍ਰਦਰ ਸਿਸਟਰ, ਉਹਨਾਂ ਦੇ ਨਾਲ, ਜੇ ਕਿਸੇ ਸਿਸਟਰ ਦੇ ਨਾਲ ਇਸ ਤਰ੍ਹਾਂ ਹੋ ਜਾਂਦਾ, ਪਰ ਅਗਰ ਕਿਸੇ ਪੁਲਿਸ ਅਫੀਸ਼ੀਅਲ ਜਾਂ ਕਿਸੇ ਵੱਡੇ ਬੰਦੇ ਦੀ ਸਿਸਟਰ ਨਾਲ ਇਸ ਤਰ੍ਹਾਂ ਹੁੰਦਾ ਤਾਂ ਕੀ ਹੋਏ। ਉਹ ਕਿਸ ਤਰ੍ਹਾਂ ਉਹਨੂੰ, ਅਤੇ ਉਹ ਵਿਕਟਮ 'ਤੇ ਕੀ ਅਸਰ ਹੁੰਦਾ, ਉਹਦੀ ਫੈਮਿਲੀ 'ਤੇ। ਉਹ ਵਿਕਟਮ ਕਿੰਨੀ ਦੇਰ ਤੱਕ ਇਸ ਚੀਜ਼ ਨਾਲ ਜੂਝਦਾ ਹੈ, ਜਿਹਨੂੰ ਰੇਪ ਟਰਾਮਾ ਸਿੰਡਰੋਮ ਕਹਿੰਦੇ ਨੇ। ਉਹਦੇ 'ਤੇ ਰਿਸਰਚ ਕਰਕੇ ਪ੍ਰੋਪਰ ਲਿਖਿਆ ਔਰ ਫਿਰ ਬੁੱਕ ਪਬਲਿਸ਼ ਕੀਤੀ, ਤਾਂ ਕਿ ਕੁਛ ਤਾਂ ਅਸਰ ਹੋਏ, ਕੁਛ ਤਾਂ ਲੋਕਾਂ ਨੂੰ, ਲਾਈਕ ਜਿਹੜੇ
ਸੋਚਦੇ ਹੈ ਕਿ ਕੁੜੀਆਂ ਜਾਂ ਔਰਤਾਂ ਚੀਜ਼ ਹੁੰਦੀਆਂ, ਉਹਨਾਂ ਨੂੰ ਥੋੜ੍ਹੀ ਸ਼ਰਮ ਆਏ। ਬਟ ਓਨੈਸਟਲੀ ਐਸਾ ਕੁਝ ਹੋਇਆ ਨਹੀਂ, ਕਿਉਂਕਿ ਉਹ ਇੱਕ ਕੇਸ ਸੀ ਜਿਹਨੂੰ ਹਾਈਪ ਮਿਲੀ। ਸਭ ਨੂੰ ਯਾਦ ਹੋਏਗਾ 16 ਦਸੰਬਰ 2012 ਰਾਤ ਨੂੰ 9:30 ਵਜੇ ਹੋਇਆ। ਅਗਲੇ ਦਿਨ ਸਵੇਰੇ 9 ਵਜੇ, ਅਗਲੇ ਦਿਨ ਸਵੇਰੇ 9 ਵਜੇ ਦਿੱਲੀ 'ਚ ਹੀ ਇੱਕ 5 ਸਾਲ ਦੀ ਕੁੜੀ ਨਾਲ ਉਹਦੇ ਨੇਬਰਸ ਨੇ ਰੇਪ ਕੀਤਾ ਹੈ। ਨਿਊਜ਼ ਸਾਹਮਣੇ ਹੀ ਨਹੀਂ ਆਈ, ਔਰ ਕੰਟੀਨਿਊਸਲੀ ਜਿਹੜੀਆਂ ਨਿਊਜ਼ ਆਉਂਦੀਆਂ ਗਈਆਂ। ਫਿਰ ਆਸਿਫਾ ਆਈ, ਦੈਨ ਇੱਕ ਕੁੜੀ ਸੀ ਸ਼ਿਮਲਾ ਦੀ, ਉਹਦਾ ਵੀ ਕੇਸ ਆਇਆ। ਦੈਨ ਬਹੁਤ ਸਾਰੇ ਕੇਸਿਸ ਜਿਹੜੇ ਬਹੁਤ ਬਰੂਟਲ ਸੀ। ਔਰ ਫਿਰ ਐਂਡ ਰੀਸੈਂਟਲੀ ਪ੍ਰਿਯੰਕਾ ਰੈਡੀ, ਜਿਹੜਾ ਕਿਸੇ ਨੂੰ ਵੀ ਨਹੀਂ ਭੁੱਲੇਗਾ। ਉਹ ਮਤਲਬ ਲਾਈਕ ਆਪਾਂ ਪੂੜੀ ਵਗੈਰਾ ਤਲਦੇ ਹਾਂ ਘਰ 'ਚ, ਜ਼ਰਾ ਜਿਹੀ ਛਿੱਟ ਪੈ ਜਾਂਦੀ ਹੈ ਅਤੇ ਕਿੰਨੀ ਤਕਲੀਫ ਹੁੰਦੀ ਆ। ਮੈਨੂੰ ਇੰਸੀਡੈਂਟ ਯਾਦ ਹੈ ਉਸ ਦਿਨ ਕੀ ਹੋਇਆ ਸੀ। ਜਦੋਂ ਇਹ ਪ੍ਰਿਯੰਕਾ ਰੈਡੀ ਹੋਇਆ ਸੀ 2-3 ਦਿਨ ਬਾਅਦ, ਮੇਰੀ ਮਦਰ ਇਨ ਲਾ ਨੇ ਗਲਤੀ ਨਾਲ ਕੁਛ ਚੀਜ਼ ਗੈਸ ਦੇ ਉੱਪਰ ਰੱਖਤੀ, ਉਹ ਪਿਘਲਣੀ ਸ਼ੁਰੂ ਹੋ ਗਈ। ਕੋਈ ਪਲਾਸਟਿਕ ਦਾ ਡਿੱਬਾ ਸੀ। ਮੇਰੇ ਹਸਬੈਂਡ ਨੇ ਪਕੜ ਕੇ ਫਟਾਫਟ ਉਹਨੂੰ ਪਕੜ ਕੇ ਅਤੇ ਉਹਨੂੰ ਸਿੰਕ 'ਚ ਸੁੱਟਿਆ। ਉਹ ਛਿੱਟ ਪੈ ਗਈ ਉਹਨਾਂ 'ਤੇ। ਉਹ ਮੇਰੇ ਕੋਲ ਆਏ ਅਤੇ ਮੈਂ ਕਿਹਾ ਮੈਂ ਲਗਾ ਦਾਂ ਇਹਦੇ 'ਤੇ ਕੋਈ ਜੈਲ ਵਗੈਰਾ ਲਗਾ ਦਾਂ। ਉਹਨਾਂ ਦੇ ਮੂੰਹੋਂ ਕੀ ਨਿਕਲਿਆ ਕਿ ਮੈਂ ਇੱਕ ਛਿੱਟ ਪਈ ਹੈ ਅਤੇ ਮੇਰੀਆਂ ਚੀਕਾਂ ਨਿਕਲ ਗਈਆਂ ਅਤੇ ਉਹਨੂੰ ਤਾਂ ਜ਼ਿੰਦਾ ਹੀ ਸਾੜ ਦਿੱਤਾ। ਔਰ ਕੰਟੀਨਿਊਸਲੀ ਇਹ ਸਭ ਹੋ ਰਿਹਾ ਹੈ। ਲੋਕਡਾਊਨ 'ਚ ਇੰਨੇ ਰੇਪਸ ਹੋਏ, ਡੋਮੈਸਟਿਕ ਰੇਪ ਹੋਏ। ਇੱਕ ਬੇਟੀ ਦਾ ਰੇਪ ਕੀਤਾ ਉਹਦੇ ਫਾਦਰ ਨੇ। ਮਤਲਬ ਰਿਸ਼ਤਿਆਂ ਦੀ ਕੋਈ ਕੀਮਤ ਹੀ ਨਹੀਂ ਰਹਿ ਗਈ ਹੁਣ ਬਿਲਕੁਲ ਵੀ। ਔਰ ਸਿਰਫ ਸਾਡੇ ਦੇਸ਼ 'ਚ ਨਹੀਂ ਹੈ। ਲੋਕ ਸੋਚਣਗੇ ਕਿ ਇੰਡੀਆ 'ਚ ਇੰਨੇ ਰੇਪ ਹੋ ਰਹੇ ਹੈ ਸਭ ਕੁਛ। ਸਾਡੇ ਇੱਥੇ ਤਾਂ ਰੇਪ ਦੀ ਰੇਸ਼ੀਓ ਫਿਰ ਵੀ ਬਹੁਤ ਘੱਟ ਹੈ। ਅਮਰੀਕਾ 'ਚ 86% ਹੈ, ਔਰ ਬਹੁਤ ਜ਼ਿਆਦਾ ਹੈ। ਪਰ ਉੱਥੇ ਦੇ ਲਾਜ਼ ਇਸ ਤਰ੍ਹਾਂ ਨੇ ਕਿ ਅਗਰ 911 ਨੂੰ ਕਾਲ ਕੀਤਾ ਜਾਏ ਤਾਂ ਉਸ ਵੇਲੇ ਪੁਲਿਸ ਆਉਂਦੀ ਹੈ। ਔਰ ਪੁਲਿਸ ਪ੍ਰੈਸ਼ਰਾਈਜ਼ ਨਹੀਂ ਹੁੰਦੀ ਪੋਲੀਟੀਸ਼ੀਅਨਸ, ਗੁੰਡੇ ਔਰ ਇਹਨਾਂ ਚੀਜ਼ਾਂ ਤੋਂ। ਅਤੇ ਇੱਥੇ ਬਹੁਤ ਗੜਬੜ ਹੈ। ਅਤੇ ਜਿਹੜਾ ਜੁਡੀਸ਼ਰੀ ਹੈ ਨਾ, ਉਹ ਜੁਡੀਸ਼ੀਅਲ ਸਿਸਟਮ ਹੈ, ਬਹੁਤ ਕਮਜ਼ੋਰ ਹੈ, ਬਹੁਤ ਜ਼ਿਆਦਾ। ਜਿਸ ਤਰ੍ਹਾਂ ਦੀ ਬੁੱਕਸ ਤੁਸੀਂ ਲਿਖੀ ਹੈ, ਤੁਸੀਂ ਹੋਰ ਵੀ ਬਹੁਤ ਸਾਰੇ ਨਾਵਲ ਜਾਂ ਕੁਛ ਇਸ ਤਰ੍ਹਾਂ ਦੀ ਐਂਟਰਟੇਨਮੈਂਟ ਜਾਂ ਕੁਛ ਲਿਖ ਸਕਦੇ ਸੀ। ਇਸ ਚੀਜ਼ ਦੇ ਵਿੱਚ ਹੀ ਕਿਉਂ ਲਿਖਿਆ? ਐਕਚੁਅਲੀ ਪਤਾ ਲੋਕ ਸ਼ਰਮ ਕਰਦੇ ਆ ਬੋਲਣ 'ਚ, ਪਰ ਸਾਨੂੰ ਸ਼ਰਮ ਕਿਉਂ ਆਉਣੀ ਚਾਹੀਦੀ ਹੈ? ਆਪਾਂ ਤਾਂ ਕਿਸੇ ਦਾ ਕੁਝ ਗਲਤ ਨਹੀਂ ਕਰ ਰਹੇ। ਸਾਡਾ ਹੋ ਰਿਹਾ, ਵੂਮਨਹੁੱਡ ਆ ਉਹਦਾ ਨੁਕਸਾਨ ਹੋ ਰਿਹਾ। ਘਰਾਂ 'ਚ ਮਤਲਬ ਬੱਚਿਆਂ ਨੂੰ, ਜਿਸ ਤਰ੍ਹਾਂ ਲੜਕੀਆਂ ਨੂੰ ਸਿਖਾਉਣਾ ਚਾਹੀਦਾ ਕਿ ਆਪਣੀ ਸੈਲਫ ਰਿਸਪੈਕਟ, ਆਪਣੀ ਸੈਲਫ ਡਿਫੈਂਸ ਕਿਸ ਤਰ੍ਹਾਂ ਕਰਨ, ਜੋ ਕਿ ਨਹੀਂ ਹਾਲੇ ਵੀ ਫਿਊਡਲ ਸਿਸਟਮ ਬਹੁਤ ਜ਼ਿਆਦਾ ਹਾਈ ਹੈ। ਮੁੰਡਾ ਚਾਹੀਦਾ ਹੈ, ਮੁੰਡਾ ਹੋਣਾ ਚਾਹੀਦਾ, ਉਹ ਭਾਵੇਂ ਅੱਗੇ ਵੱਡਾ ਹੋ ਕੇ ਕੁਛ ਵੀ ਗਲਤ ਕਰੇ। ਨਹੀਂ, ਮੁੰਡੇ ਤਾਂ ਇਸ ਤਰ੍ਹਾਂ ਕਰਦੇ। ਐਂਡ ਇੱਕ ਪੋਲੀਟੀਸ਼ੀਅਨ ਨੇ ਇਹ ਕਿਹਾ ਵੀ ਸੀ ਕਿ ਮੁੰਡੇ ਤਾਂ ਇਸ ਤਰ੍ਹਾਂ ਕਰਦੇ ਹੀ ਹੁੰਦੇ ਆ। ਅਤੇ ਮਤਲਬ ਲਾਈਕ ਥਿੰਕਿੰਗ ਜਿਹੜੀ ਆ ਉਹ ਪਹਿਲੇ ਉਹ ਚੇਂਜ ਹੋਣੀ ਚਾਹੀਦੀ। ਬੇਸਿਕਲੀ ਬੁੱਕ ਮੈਂ ਲਿਖੀ ਸੀ 3-3.5 ਸਾਲ ਲੱਗ ਗਏ ਸੀ, ਕਿਉਂਕਿ ਜਦੋਂ ਆਪਾਂ ਕੁਛ ਦਾ ਰਿਸਰਚ ਕਰਕੇ ਲਿਖਦੇ ਹਾਂ ਔਰ ਆਪਾਂ ਨੂੰ ਪੜ੍ਹਨੇ ਆ ਨਾ, ਕਿਤੇ ਜਾ ਕੇ ਸਾਡੇ ਦਿਲ 'ਤੇ ਵੀ ਲੱਗਦੀ ਹੈ। ਕਿਉਂਕਿ ਜਿਹੜੇ ਵਾਕਈ ਸੋਚਦੇ ਆ ਕਿ ਇਹ ਕਿਉਂ ਹੋ ਰਿਹਾ। ਮੈਂ ਪੜ੍ਹਦੀ ਸੀ, ਰੋਜ਼ ਦੇ ਰੋਜ਼ ਕੇਸਿਸ ਆ ਰਿਹਾ, ਛੋਟੀ ਛੋਟੀ ਕੁੜੀਆਂ, ਇੱਕ ਮਹੀਨੇ ਦੀ ਬੱਚੀ ਦੇ ਨਾਲ ਰੇਪ ਹੋ ਰਿਹਾ। ਕਿਉਂ ਹੋ ਰਿਹਾ? ਕਿਉਂਕਿ ਨੇ ਡਾਇਪਰ ਨਹੀਂ ਪਾਇਆ ਅਤੇ ਮੈਂ ਪ੍ਰਵੋਕ ਹੋ ਗਿਆ। ਜਦੋਂ ਮੈਂ ਬੁੱਕ ਲਿਖੀ ਸੀ ਅਤੇ ਮੈਂ ਇਹ ਸਭ ਚੀਜ਼ਾਂ ਕਿ ਲੋਕਾਂ ਦੀ ਥਿੰਕਿੰਗ ਕੀ ਹੈ ਕਿ ਅਗਰ ਇੱਕ ਲੇਡੀ ਰਾਤ ਨੂੰ ਕੋਰਨਰ 'ਤੇ ਖੜ੍ਹੀ ਹੋ ਕੇ ਸਿਗਰਟ ਪੀ ਰਹੀ ਹੈ, ਸ਼ਰਾਬ ਪੀ ਰਹੀ ਹੈ ਅਤੇ ਉਹ ਬਦਚਲਨ ਹੈ। ਪਰ ਉਹੀ ਕੱਲ੍ਹ ਮੁੰਡਾ ਕਰ ਰਿਹਾ, ਕੋਈ ਉਹਨੂੰ ਕੁਛ ਨਹੀਂ ਕਹੇਗਾ। ਅਗਰ ਇੱਕ ਮੁੰਡੇ ਨੇ ਸ਼ਾਰਟਸ ਪਾਈ ਹੈ ਅਤੇ ਚੱਲਦਾ ਹੈ, ਲਾਈਕ ਟਰੈਂਡ ਹੈ, ਫੈਸ਼ਨ ਹੈ। ਲਾਈਕ ਕੁੜੀ ਨੇ ਸ਼ਾਰਟਸ ਪਾਈ ਹੈ ਅਤੇ ਇਹਨੂੰ ਤਾਂ ਸ਼ਰਮ ਹੀ ਹੈ ਨਹੀਂ। ਨੋਰਮਲ ਈਵਨ ਕਿ ਬੜੇ ਘਰਾਂ 'ਚ ਅੱਜ ਵੀ ਕੁੜੀਆਂ ਨੂੰ ਸਿਰ 'ਤੇ ਦੁਪੱਟੇ ਲੈਣੇ ਪੈਂਦੇ ਆ। ਔਰ ਆਦਮੀਆਂ ਵਾਸਤੇ ਕੋਈ ਰੂਲ ਨਹੀਂ, ਮੁੰਡਿਆਂ ਵਾਸਤੇ ਕੋਈ ਰੂਲ ਨਹੀਂ। ਆਉਂਦੇ ਜਾਂਦੇ ਛੇੜ ਦਿੰਦੇ ਆ। ਅਤੇ ਜਦੋਂ ਮੈਂ ਬੁੱਕ ਲਿਖੀ ਸੀ, ਜ਼ਿਆਦਾਤਰ ਮੈਂ ਰੇਪ ਦੇ ਉੱਤੇ ਇਸ ਕਰਕੇ ਐਮਫਸਾਈਜ਼ ਕੀਤਾ ਕਿਉਂਕਿ ਇਹ ਗੱਲ ਕੋਈ ਕਰਦਾ ਹੀ ਨਹੀਂ। ਇਹ ਬੁੱਕ ਆਉਣ ਤੋਂ ਬਾਅਦ ਜਾਂ ਨਿਰਭਇਆ ਤੋਂ ਬਾਅਦ ਜਾਂ ਪ੍ਰਿਯੰਕਾ ਰੈਡੀ ਤੋਂ ਬਾਅਦ ਅੱਜ ਵੀ ਤੁਸੀਂ ਆਪਣੀ ਹੀ ਫੈਮਿਲੀ 'ਚ ਬੈਠ ਕੇ ਇਸ ਬਾਰੇ ਗੱਲ ਨਹੀਂ ਕਰ ਸਕਦੇ। ਵਰਡ ਹੀ ਗਲਤ, ਬਲਾਤਕਾਰ ਬੜਾ ਲੰਬਾ ਵਰਡ, ਗਲਤ ਸਮਝਿਆ ਜਾਂਦਾ। ਜਿਹੜੇ ਕਰਦੇ ਉਹਨਾਂ ਵਾਸਤੇ ਤਾਂ ਕੁਝ ਗਲਤ ਨਹੀਂ, ਉਹਨਾਂ ਵਾਸਤੇ ਤਾਂ ਬਸ 2 ਪਲ ਦਾ ਮਜ਼ਾ ਹੈ ਅਤੇ ਕਿਸੇ ਦੂਸਰੇ ਦੀ ਤਾਂ ਲਾਈਫ ਬਰਬਾਦ ਹੈ। ਨਾ ਉਮਰ ਦੇਖਦੇ ਆ। 100 ਸਾਲ ਦੀ ਲੇਡੀ ਬੈੱਡ ਰਿਡਨ ਸੀ, ਉਹਦਾ ਰੇਪ ਹੋਇਆ, ਇੱਕ ਡਰੱਗ ਐਡਿਕਟ ਉਹਦਾ ਰੇਪ ਕਰ ਰਿਹਾ ਅਤੇ ਉਹ ਉੱਥੇ ਡੈਥ ਹੋ ਗਈ ਉਹਦੀ। ਮਤਲਬ ਸਾਰੀ ਜ਼ਿੰਦਗੀ ਉਹਨੇ ਇੰਨੀ ਇੱਜ਼ਤ ਕਮਾਈ। ਉਹ ਦਾਦੀ ਨਾਨੀ ਸੀ, ਬੈੱਡ ਰਿਡਨ ਸੀ ਅਤੇ ਸਾਰੀ ਜ਼ਿੰਦਗੀ ਉਹਨੇ ਇੰਨੀ ਇੱਜ਼ਤ ਕਮਾਈ ਅਤੇ ਮਰਨ ਦੇ ਟਾਈਮ 'ਤੇ ਉਹਦੇ ਨਾਲ ਕੀ ਹੋ ਗਿਆ। ਅਗਰ ਇੱਕ ਲੇਡੀ, ਕੋਈ ਨੋਰਮਲ ਕਹਿ ਰਹੀ ਹੈ, ਕੋਈ ਲੜਕੀ ਹੈ, ਜੋਬ ਕਰਦੀ ਹੈ, ਉਹ ਆਪਣੇ ਘਰ 'ਚ ਜਿਹੜਾ ਉਹਦਾ ਬ੍ਰਦਰ ਹੈ ਉਹਨੂੰ ਤੋਂ ਜ਼ਿਆਦਾ ਕਮਾਉਂਦੀ ਹੈ ਨਾ, ਅਤੇ ਉਹਨੂੰ ਇਹ ਨਹੀਂ ਕਿਹਾ ਜਾਂਦਾ ਕਿ
ਤੂੰ ਵੀ ਆਰ ਪ੍ਰਾਊਡ ਆਫ ਯੂ, ਉਹਨੂੰ ਇਹ ਕਿਹਾ ਜਾਂਦਾ ਕਿ ਪਤਾ ਨਹੀਂ ਪੈਸੇ ਇਹਦੇ ਕੋਲ ਕਿੱਥੋਂ ਆ ਰਹੇ। ਥਿੰਕਿੰਗ ਮੈਂਟੈਲਿਟੀ ਬਹੁਤ ਗੰਦੀ ਹੈ, ਬਹੁਤ ਜ਼ਿਆਦਾ ਗੰਦੀ ਹੈ। ਇਹ ਤਾਂ ਤੁਸੀਂ ਇਸ ਤਰ੍ਹਾਂ ਹੈ ਕਿ ਮਤਲਬ ਤੁਸੀਂ ਕਾਲੇ ਰੰਗ ਨੂੰ ਚਿੱਟਾ ਕਰਨ ਵਾਲਾ ਹਿਸਾਬ ਹੈ, ਅਤੇ ਬਹੁਤ ਔਖਾ ਕੰਮ ਹੈ, ਇਹ ਬਹੁਤ ਜ਼ਿਆਦਾ ਔਖਾ ਕੰਮ ਹੈ। ਲੋਕਾਂ ਦੀ ਸੋਚ ਹਾਲੇ ਵੀ ਨਹੀਂ ਬਦਲੀ। YouTube ਹੈ, ਟਵਿੱਟਰ ਹੈ, ਇੰਨੇ ਜ਼ਿਆਦਾ ਉੱਥੇ ਟਰੋਲਿੰਗ ਹੁੰਦੀ ਹੈ। ਜਦੋਂ ਕੋਈ ਇਸ ਤਰ੍ਹਾਂ ਦਾ ਕੇਸ ਸਾਹਮਣੇ ਆਉਂਦਾ ਹੈ, ਹਾਈਪ ਲੈ ਲੈਂਦਾ ਹੈ, ਸਭ ਲੋਕ ਲੱਗ ਜਾਂਦੇ ਆ ਚਲੋ ਜੀ ਹਮ ਰੇਪ ਕੇ ਖਿਲਾਫ ਆਵਾਜ਼ ਉਠਾएंगे। ਇਹ 2-4 ਦਿਨ ਹੁੰਦਾ ਹੈ, ਉਸ ਤੋਂ ਬਾਅਦ ਸਭ ਬੰਦ ਹੋ ਜਾਂਦਾ ਹੈ। ਸਟਾਰਟਿੰਗ ਪ੍ਰੋਬਲਮ ਹੁੰਦੀ ਹੈ ਕਿ ਜਿਹੜਾ ਇਹ ਮਨ ਦੇ ਵਿੱਚ ਇਹ ਵਿਚਾਰ ਹੈ ਨਾ ਕਿ ਬੇਟਾ ਹੋਣਾ ਬੇਟਾ ਹੀ ਚਾਹੀਦਾ, ਬੇਟੀਆਂ ਨਹੀਂ ਚਾਹੀਦੀਆਂ। ਮੈਨੂੰ ਲੱਗਦਾ ਕਿ ਜ਼ਿਆਦਾਤਰ ਪੇਰੈਂਟਸ ਅੱਜ ਕੱਲ੍ਹ ਇਸ ਕਰਕੇ ਵੀ ਡਰਦੇ ਨੇ ਕਿ ਜੇ ਬੇਟੀ ਹੋ ਗਈ ਤਾਂ ਬਹੁਤ ਸੁਰੱਖਿਆ ਕਰਨੀ ਪਏਗੀ ਉਹਦੀ, ਕਿਉਂਕਿ ਕਿਸੇ ਦਾ ਕਿਸੇ ਟਾਈਮ ਪਤਾ ਵੀ ਨਹੀਂ ਅੱਜ ਕੱਲ੍ਹ। ਮੈਂ ਤੁਹਾਨੂੰ ਦੱਸਿਆ ਇੱਕ ਫਾਦਰ ਨੇ ਆਪਣੀ ਬੇਟੀ ਦਾ ਰੇਪ ਕੀਤਾ, ਉਹਨੂੰ ਸਿਰਫ ਇੰਨੀ ਗੱਲ ਸਮਝਾਉਣ ਵਾਸਤੇ ਕਿ ਜੇ ਤੂੰ ਸ਼ਾਰਟਸ ਪਾਏਂਗੀ ਤਾਂ ਤੇਰੇ ਨਾਲ ਇਹ ਹੋਏਗਾ। ਬਾਕੀ ਤਾਂ ਖੈਰ ਬਹੁਤ ਹੀ ਬਰੂਟਲ ਕੇਸਿਸ ਨੇ ਜਾਂ ਰਿਸ਼ਤੇ ਵਗੈਰਾ ਮਾਇਨੇ ਨਹੀਂ ਰੱਖਦੇ ਔਰ ਹੁੰਦਾ ਇਸ ਤਰ੍ਹਾਂ ਸਭ ਕੁਝ। ਅਤੇ ਮੈਂਟੈਲਿਟੀ ਚੇਂਜ ਐਜੂਕੇਸ਼ਨ ਤੋਂ ਹੋਏਗੀ। ਐਜੂਕੇਟ ਕਰੋ ਉਹਨਾਂ ਨੂੰ। ਨਹੀਂ ਆਪ ਉਹਨਾਂ ਨੂੰ ਸਕੂਲ ਭੇਜ ਸਕਦੇ ਹਾਂ, ਇੱਕ ਮਦਰ ਆਪਣੇ ਬੱਚੇ ਨੂੰ ਮੁੰਡੇ ਨੂੰ ਐਜੂਕੇਟ ਕਰੇ ਕਿ ਤੂੰ ਕੁਛ ਵੀ ਕਰ, ਮੈਂ ਮਾफ़ ਕਰ ਦਾਂਗੀ, ਪਰ ਜੇ ਤੂੰ ਕਿਸੇ ਕੁੜੀ ਨਾਲ ਕੁਝ ਗਲਤ ਕਰਕੇ ਮੇਰੇ ਘਰ ਵੜਿਆ ਤੇ ਤੂੰ ਸੋਚ ਲੈ ਮੈਂ ਤੇਰਾ ਕੀ ਹਾਲ ਕਰਾਂਗੀ, ਚੱਪਲ ਚੁੱਕਾਂਗੀ ਜਾਂ ਮਾਰਾਂਗੀ ਜਾਂ ਪਿੱਟਾਂਗੀ। ਮਾਂ ਸਮਝਾਏ, ਫਾਦਰ ਸਮਝਾਏ ਕਿ ਤੂੰ ਜਿਸ ਤਰ੍ਹਾਂ ਕੁੜੀ ਦੇ ਕੰਧਿਆਂ 'ਤੇ ਇੱਜ਼ਤ ਹੁੰਦੀ ਹੈ ਨਾ ਘਰ ਦੀ, ਉਸ ਤਰ੍ਹਾਂ ਮੁੰਡੇ ਦੇ ਕੰਧੇ 'ਤੇ ਵੀ ਹੁੰਦੀ ਆ। ਇਹ ਸਭ ਇਕੁਅਲ ਹੋਣਾ ਚਾਹੀਦਾ। ਅਤੇ ਇਕੁਐਲਿਟੀ ਤਾਂ ਪੂਰੀ ਵਰਲਡ 'ਚ ਨਹੀਂ ਹੈ, ਵੂਮਨ ਔਰ ਮੈਨ 'ਚ ਇਕੁਐਲਿਟੀ ਨਹੀਂ ਹੈ। ਮੇਲ ਈਗੋ ਬਹੁਤ ਹੀ ਵੱਡਾ ਇਸ਼ੂ ਹੈ। ਇੱਕ ਮੁੰਡਾ ਗਾਲ ਕੱਢਦਾ ਕਿਸੇ ਕੁੜੀ ਨੂੰ, ਅਤੇ ਜਿਸ ਤਰ੍ਹਾਂ ਇੱਕ ਗਾਲੀ ਹੈ BC, ਪਤਾ ਹੋਏਗਾ ਸਭ ਨੂੰ, ਆਮ ਕੱਢੀ ਜਾਂਦੀ। ਪੰਜਾਬ 'ਚ ਤਾਂ ਹਰ ਗੱਲ ਉਹ ਨਹੀਂ ਪਿਆਰ ਨਾਲ ਗਈ, ਪਿਆਰ ਵਾਲੀ ਕੱਢਣ ਵਾਲੀ ਗੱਲ ਹੈ। ਕਿਉਂ? ਮੁੰਡਿਆਂ ਦੇ ਉੱਤੇ ਕੋਈ ਗੱਲ ਕਿਉਂ ਨਹੀਂ ਹੈ? ਜੇ ਹੈ ਵੀ ਅਤੇ ਉਹਨਾਂ ਦਾ ਤਾਂ ਜ਼ਿਆਦਾਤਰ ਇਸਤੇਮਾਲ ਹੀ ਔਰਤ ਦੇ ਉੱਪਰ ਗਾਲੀਆਂ ਦਾ ਹੁੰਦਾ ਹੈ, ਜਿਸ ਤਰ੍ਹਾਂ ਬਹਿਨ ਦੇ ਨਾਮ ਤੋਂ ਜਾਂ ਮਾਂ ਦੇ ਨਾਮ ਤੋਂ। ਕਿਉਂ? ਇੱਕ ਔਰਤ ਉਹਨੂੰ ਜਨਮ ਦੇ ਰਹੀ ਹੈ, ਇੰਨੀ ਦਰਦ ਸਹਿ ਰਹੀ ਹੈ, 57 ਬੋਨਸ ਜਦੀਆਂ ਅੰਦਰੋਂ ਟੁੱਟਦੀਆਂ ਨਾ, ਉਨੀ ਉਹਦੇ ਇਕੁਅਲ ਪੇਨ ਹੁੰਦੀ ਹੈ ਜਦੋਂ ਲੇਬਰ ਆਉਂਦੀ ਹੈ, ਮਤਲਬ ਲਾਈਕ ਜਨਮ ਦਿੰਦੀ ਹੈ ਮਦਰ, ਤਾਂ ਵੀ ਉਹਦੀ ਰਿਸਪੈਕਟ ਨਹੀਂ ਹੁੰਦੀ। ਕਿਉਂਕਿ ਇਹ ਥਿੰਕਿੰਗ ਇਸ ਤਰ੍ਹਾਂ ਦੀ ਹੈ ਕਿ ਕੁੜੀ ਬੋਝ ਹੈ, ਕਿ ਉਹਨੂੰ ਵਿਆਹਣਾ ਪੈਣਾ, ਦਾਜ ਇਕੱਠਾ ਕਰਨਾ ਪੈਣਾ, ਅਗਲੇ ਘਰ ਜਿਸ ਤਰ੍ਹਾਂ ਉਹਨੂੰ ਭੇਜਣਾ ਪੈਣਾ ਆ। ਇਸ ਤਰ੍ਹਾਂ ਦੀ ਥਿੰਕਿੰਗ ਹੈ ਕਿ ਹਰ ਵੇਲੇ ਧਿਆਨ ਰੱਖਣਾ ਪੈਣਾ ਕਿ ਕੁੜੀ ਹੈ ਕੁੜੀ ਹੈ। ਕੁੜੀਆਂ ਦੇ ਧਿਆਨ ਦੀ ਬਜਾਏ ਤੁਹਾਨੂੰ ਮੁੰਡਿਆਂ ਦਾ ਧਿਆਨ ਰੱਖਣਾ ਚਾਹੀਦਾ, ਕਿ ਮੁੰਡੇ ਨੂੰ ਵੀ ਸਮਝਾਉਣਾ ਹੈ ਕਿ ਉਹ ਕੁੜੀ ਹੈ, ਕਿਸੇ ਹੋਰ ਦੀ ਧੀ ਹੈ, ਸਾਹਮਣੇ ਦੇ ਘਰ ਰਹਿੰਦੀ ਹੈ, ਕਿਸੇ ਹੋਰ ਇਲਾਕੇ 'ਚ ਰਹਿੰਦੀ ਹੈ, TV 'ਤੇ ਆ ਰਹੀ ਹੈ, ਜਾਂ ਕੋਈ ਵੀ ਹੈ, ਇੱਜ਼ਤ ਕਰੋ। ਉਹ ਆਪਣਾ ਜੋ ਹਰ ਕਿਸੇ ਦੀ ਆਪਣੀ ਲਾਈਫ ਹੈ, ਹਰ ਕਿਸੇ ਨੂੰ ਆਪਣੀ ਤਰੀਕੇ ਨਾਲ ਲਾਈਫ ਜੀਣ ਦਾ, ਖਾਣ ਪੀਣ ਦਾ, ਪੈਣ ਉੱਠਣ ਦਾ, ਸਭ ਦਾ ਹੱਕ ਮਿਲਣਾ ਚਾਹੀਦਾ। ਬਟ ਇਸ ਤਰ੍ਹਾਂ ਨਹੀਂ ਹੁੰਦਾ। ਕੁੜੀਆਂ ਅਤੇ ਦੱਬ ਕੇ ਰਹਿਣ। ਜੇ ਸ਼ਾਦੀ ਤੋਂ ਪਹਿਲੇ ਨਹੀਂ ਦੱਬੀਆਂ ਤਾਂ ਸ਼ਾਦੀ ਤੋਂ ਬਾਅਦ ਦੱਬਣਗੀਆਂ। ਡੋਮੈਸਟਿਕ ਵਾਇਲੈਂਸ, ਡੋਮੈਸਟਿਕ ਰੇਪ ਬਹੁਤ ਜ਼ਿਆਦਾ ਹੈ ਔਰ ਕੋਈ ਬੋਲਦਾ ਹੀ ਨਹੀਂ। ਪੇਰੈਂਟਸ ਕਹਿੰਦੇ ਐਡਜਸਟ ਕਰੋ, ਔਰ ਪੇਰੈਂਟਸ ਨਾਲ ਕਹਿੰਦੇ ਆ ਸਾਡਾ ਮੁੰਡਾ ਤਾਂ ਕਦੀ ਇੱਦਾਂ ਦਾ ਸੀ ਹੀ ਨਹੀਂ, ਹੁਣ ਹੀ ਇਸ ਤਰ੍ਹਾਂ ਦਾ ਹੋਇਆ, ਤੁਹਾਨੂੰ ਹੀ ਨਹੀਂ ਐਡਜਸਟ ਕਰਨਾ ਆ ਰਿਹਾ। ਇਹ ਸਭ ਕੁਝ ਹੁੰਦਾ। ਜਿੱਥੇ ਅਸੀਂ ਲੜਕੀਆਂ ਦੀ ਗੱਲ ਕਰ ਰਹੇ ਹਾਂ, ਲੜਕਿਆਂ ਨੂੰ ਵੀ ਜਿਹੜਾ ਹੈਗਾ ਕਈ ਵਾਰੀ ਲੜਕੀਆਂ ਵੱਲੋਂ ਜਿਹੜਾ ਹੈਗਾ ਇਮੋਸ਼ਨਲ ਬਲੈਕਮੇਲ ਵੀ ਕੀਤਾ ਗਿਆ, ਔਰ ਅਸੀਂ ਦੇਖਦੇ ਵੀ ਆਏ ਹਾਂ। ਕੀ ਕਹਿਣਾ ਵਾ ਉਸ ਬਾਰੇ ਵੀ ਤੁਹਾਡਾ? ਦੇਖੋ, ਸਾਡੇ ਦੇਸ਼ 'ਚ ਨਹੀਂ, ਪੂਰੀ ਵਰਲਡ 'ਚ ਨਾ ਇੱਕ ਥਿੰਕਿੰਗ ਹੈਗੀ ਹੈ, ਜੇ ਮੁੰਡੇ ਨੇ ਕੁੜੀ ਨੂੰ ਚਪੇੜ ਮਾਰੀ ਤਾਂ ਮੁੰਡੇ ਦੀ ਗਲਤੀ, ਜੇ ਕੁੜੀ ਨੇ ਮੁੰਡੇ ਨੂੰ ਚਪੇੜ ਮਾਰੀ ਤਾਂ ਵੀ ਮੁੰਡੇ ਦੀ ਗਲਤੀ। ਮੈਂ ਹਮੇਸ਼ਾ ਕਹਿੰਦੀ ਹਾਂ, ਮੈਂ ਆਪਣੇ ਬਲੌਗਸ ਵਗੈਰਾ ਕਿਤੇ ਵੀ ਮੈਂ ਕੁਝ ਬੋਲਦੀ ਹਾਂ, ਮੈਂ ਇਹੋ ਕਹਿੰਦੀ ਹਾਂ ਕਿ ਇਕੁਐਲਿਟੀ ਦਾ ਮੀਨਸ ਇਹ ਨਹੀਂ ਹੁੰਦਾ ਕਿ ਕੁੜੀਆਂ ਗਲਤ ਨਹੀਂ ਹੋ ਸਕਦੀਆਂ। ਜਦੋਂ ਇਹ ਫਾਸਟ ਟਰੈਕ ਕੇਸ ਦਾ ਆਇਆ ਸੀ, ਬੜੀਆਂ ਕੁੜੀਆਂ ਨੇ, ਮੁੰਡੇ ਨੇ ਇਨਕਾਰ ਕਰ ਦਿੱਤਾ, ਆਈ ਲਵ ਯੂ ਕਿਆ ਇਨਕਾਰ ਕਰਤਾ ਅਤੇ ਰੇਪ ਦਾ ਕੇਸ ਕਰਤਾ। ਇਹ ਕਾਮਨ ਜੀ ਗੱਲ ਹੈ। ਘਰ 'ਚ ਪਤੀ ਗੱਲ ਨਹੀਂ ਸੁਣਦਾ ਸੀ ਅਤੇ ਡੋਮੈਸਟਿਕ ਵਾਇਲੈਂਸ ਦਾ ਕੇਸ ਠੋਕਤਾ। ਕਾਮਨ ਹੈ। ਕੁੜੀਆਂ ਵੀ ਗਲਤ ਹੁੰਦੀਆਂ, ਮੁੰਡੇ ਵੀ। ਪਰ ਜਿਹੜਾ ਚਾਈਲਡ ਅਬਿਊਜ਼ ਹੈ ਉਹ ਜਿਹੜੇ ਲੜਕੇ ਹੈ ਉਹਨਾਂ ਨਾਲ ਹੁੰਦਾ। ਹੁਣ ਕੁੜੀ ਜੇ ਸਕੂਲ ਜਾ ਰਹੀ ਹੈ, ਅਗਰ ਉਹ 4 ਸਾਲ ਦੀ ਬੱਚੀ ਹੈ, ਹੁਣ ਉਹਨੂੰ ਤਾਂ ਪਤਾ ਹੀ ਨਹੀਂ, ਕੋਈ ਨੌਲੇਜ ਨਹੀਂ। ਉਸੇ ਤਰ੍ਹਾਂ 4 ਸਾਲ ਦੇ ਮੁੰਡੇ ਨੂੰ ਵੀ ਕੋਈ ਨੌਲੇਜ ਨਹੀਂ ਹੁੰਦੀ। ਹੁਣ ਸਿਖਾਇਆ ਜਾਂਦਾ ਸਕੂਲ 'ਚ ਗੁੱਡ ਟੱਚ, ਬੈਡ ਟੱਚ, ਪਹਿਲੇ ਤਾਂ ਨਹੀਂ ਸੀ। ਇਹ ਸਭ ਕੁਝ ਸਟਾਰਟਿੰਗ ਤੋਂ ਹੀ, ਘਰੋਂ ਹੀ ਸਭ ਨੂੰ ਸਿਖਾਉਣਾ ਚਾਹੀਦਾ ਬੱਚਿਆਂ ਨੂੰ ਕਿ ਤੁਹਾਡੇ ਨਾਲ ਕੁਝ ਗਲਤ ਹੋਈ, ਈਵਨ ਕੋਈ ਨੇਬਰ, ਫੈਮਿਲੀ ਦਾ ਕੋਈ ਪਰਸਨ ਤੁਹਾਡੇ ਨਾਲ ਇਸ ਤਰ੍ਹਾਂ ਕਰੇ ਤਾਂ ਸਾਨੂੰ ਆ ਕੇ ਦੱਸੋ। ਬੜੇ ਸਾਰੇ ਐਸੇ ਕੇਸਿਸ ਮੇਰੇ ਕੋਲ ਆਏ ਕਾਉਂਸਲਿੰਗ ਵਾਸਤੇ, ਕਿਉਂਕਿ ਮੈਂ ਕਾਉਂਸਲਿੰਗ ਕਰਦੀ ਹਾਂ ਇਸ ਚੀਜ਼ ਦੇ ਉੱਤੇ।
ਕਿ ਕੁੜੀ ਨਾਲ ਉਹਦੇ ਜਿਸ ਤਰ੍ਹਾਂ ਫੈਮਿਲੀ 'ਚ ਕੋਈ ਗਲਤ ਕਰ ਰਿਹਾ ਅਤੇ ਉਹਦੀ ਮਦਰ ਜਾਂ ਉਹਦੇ ਫਾਦਰ ਬੋਲਣਾ ਨਹੀਂ, ਜੇ ਗੱਲ ਬਾਹਰ ਜਾਏਗੀ ਬੇਇੱਜ਼ਤੀ ਹੋ ਜਾਣੀ ਹੈ। ਕਿਹਦੀ ਬੇਇੱਜ਼ਤੀ ਹੋ ਜਾਣੀ ਹੈ? ਕੁੜੀ ਦੀ ਬੇਇੱਜ਼ਤੀ ਕਿਉਂ? ਉਹਨੇ ਕੀ ਗਲਤ ਕੀਤਾ? ਜਿਹੜੇ ਮੁੰਡੇ ਨੇ ਕੀਤਾ ਉਹਦੀ ਗੱਲ। ਹੁਣ ਜਿਹੜੇ ਮੇਰੇ ਕੋਲ ਕੇਸ ਆਇਆ ਸੀ, ਇੱਕ ਲੜਕੇ ਦਾ ਸੀ, ਛੋਟਾ ਬੱਚਾ ਸੀ, ਉਹਨੂੰ ਉਹਦੇ ਮਾਮਾ ਜੀ ਹੱਥ ਲਗਾਉਂਦੇ ਸੀ ਗਲਤ ਜਗ੍ਹਾ 'ਤੇ। ਔਰ ਮਾਮਾ ਕੋਈ ਬਹੁਤ ਦੂਰ ਦੀ ਗੱਲ ਨਹੀਂ ਹੁੰਦੀ, ਮਦਰ ਦਾ ਬ੍ਰਦਰ ਹੁੰਦਾ, ਭਰਾ ਹੁੰਦਾ ਮਾਂ ਦਾ। ਅਤੇ ਉਹ ਝਗੜਾਲੂ ਹੋ ਗਿਆ ਸੀ, ਇਰੀਟੇਟ, ਬਹੁਤ ਮਾਰਦਾ ਕੁੱਟਦਾ ਸੀ, ਹੱਥ ਵਗੈਰਾ ਚਲਾਉਂਦਾ ਸੀ, ਜਿਹੜਾ ਛੋਟਾ ਜਿਹਾ ਸੀ। ਅਤੇ ਉਹਨੂੰ ਮੈਂ ਜਦੋਂ ਉਹਦੀ ਮਦਰ ਮੇਰੇ ਕੋਲ ਛੱਡ ਕੇ ਚਲੇ ਗਏ, ਕਿਉਂਕਿ ਉਹ ਕਾਊਂਸਲਿੰਗ ਵਾਸਤੇ ਲਿਆਏ ਸੀ, ਅਤੇ ਮੈਂ ਉਹਨੂੰ ਕੋਸ਼ਿਸ਼ ਕੀਤੀ ਕਿ ਮੈਂ ਉਹਨੂੰ ਰੁਆਵਾਂ, ਕਿਉਂਕਿ ਜਦ ਤੁਸੀਂ ਕਿਸੇ ਨੂੰ ਰੁਆ ਦਿੰਦੇ ਹੋ ਤਾਂ ਉਹ ਆਪਣੇ ਦਿਲ ਦੀ ਸਾਰੀ ਪੜਾਸ ਕਰਦਾ, ਕਿਉਂਕਿ ਇੱਕ ਤਰੀਕਾ ਹੁੰਦਾ। ਜਦੋਂ ਰੋਇਆ ਉਹਨੇ ਮੈਨੂੰ ਦੱਸਿਆ, ਅਤੇ ਮੈਂ ਉਸੇ ਵੇਲੇ ਉਹਦੀ ਮਦਰ ਨੂੰ ਫੋਨ ਕੀਤਾ ਕਿ ਪਲੀਜ਼ ਤੁਸੀਂ ਕੰਟੈਕਟ ਕਰੋ ਕਿਸੇ ਅੱਛੇ ਬੰਦੇ ਨਾਲ, ਜਿਹੜਾ ਪੁਲਿਸ ਦਾ ਕੋਈ ਬੰਦਾ, ਅਤੇ ਤੁਸੀਂ ਉਹਨੂੰ ਅਰੈਸਟ ਕਰਵਾਓ। ਐਟਲੀਸਟ ਉਹਨੂੰ ਇੱਕ ਵਾਰੀ ਚੱਕਰ ਲਗਾਉਣ ਦਿਓ ਜੇਲ੍ਹ ਦਾ, ਉਹਨੂੰ ਪਤਾ ਲੱਗੇ ਕਿ ਕੀ ਲਾਈਫ ਹੁੰਦੀ। ਅਤੇ ਕਿ ਮੈਂ ਕਿਹਾ ਤੁਹਾਡੇ ਬ੍ਰਦਰ ਇਹਨਾਂ ਨਾਲ, ਤੁਹਾਡੇ ਬੇਟੇ ਨਾਲ ਗਲਤ ਕਰਦੇ ਆ, ਅਤੇ ਐਸਾ ਦੀ ਕੋਈ ਮੈਂਟੈਲਿਟੀ ਨਹੀਂ ਹੈ ਮੇਰੀ ਕਿ ਸਿਰਫ ਕੁੜੀਆਂ ਨਾਲ ਹੀ ਗਲਤ ਹੋ ਸਕਦਾ, ਮੁੰਡਿਆਂ ਨਾਲ ਵੀ ਹੁੰਦਾ, ਪਰ ਉਹ ਸਾਹਮਣੇ ਨਹੀਂ ਆਉਂਦਾ, ਕਿਉਂਕਿ ਤੁਹਾਨੂੰ ਮੈਂ ਦੱਸਿਆ ਆਦਮੀ ਨੂੰ ਹਮੇਸ਼ਾ ਹੀ ਗਲਤ ਕਹਿੰਦੇ ਆ, ਐਸਾ ਨਹੀਂ ਹੁੰਦਾ। ਬੜੇ ਸਾਰੇ ਕੇਸਿਸ 'ਚ ਆਦਮੀ ਇਨੋਸੈਂਟ ਹੁੰਦੇ ਆ, ਜਿਸ ਤਰ੍ਹਾਂ ਹਾਈ ਪ੍ਰੋਫਾਈਲ ਕੇਸਿਸ ਆਏ ਸੀ ਪਿੱਛੇ, ਵੱਡੀ ਕੰਪਨੀਜ਼ ਦੀ CEOs ਆਪਣੇ ਜੂਨੀਅਰਸ ਦੇ ਨਾਲ ਅਬਿਊਜ਼ ਕਰਦੀਆਂ ਸੀ, ਫਿਰ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੰਦੇ ਸੀ, ਔਰ ਉਹ ਡਿਪਰੈਸ਼ਨ 'ਚ ਚਲ ਜਾਂਦੇ ਸੀ। ਕੋਈ ਖੁਦਕੁਸ਼ੀ ਕਰ ਲੈਂਦਾ, ਕੋਈ ਸਮਥਿੰਗ ਲਾਈਕ, ਕੋਈ ਜੈਸੇ ਕਿਸੇ ਹੋਰ, ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ। ਅਤੇ ਇਹ ਸਭ ਕੁਝ ਵੀ ਨਹੀਂ ਹੋਣਾ ਚਾਹੀਦਾ। ਮਤਲਬ ਰੇਪ ਕਿਸੇ ਨਾਲ ਵੀ ਹੋਵੇ, ਹੋਣਾ ਹੀ ਨਹੀਂ ਚਾਹੀਦਾ। ਸਾਡੇ ਦੇਸ਼ 'ਚ ਤਾਂ ਇੰਨੀ ਜ਼ਿਆਦਾ ਸਿਕਨੈਸ, ਇਹੋ ਜਿਹੇ ਸਿੱਖ ਲੋਕ ਵੀ ਰਹਿੰਦੇ। ਇੱਕ ਮੌਤ ਦਾ ਚੌਕੀਦਾਰ ਮੌਤ ਦੀ ਮੁਰਦਿਆਂ ਨਾਲ ਰੇਪ ਕਰਦਾ ਸੀ। ਇਹ ਮਤਲਬ ਮੁਰਦਾ ਹੈ ਕੋਈ, ਉਹਦੇ ਨਾਲ ਤੁਸੀਂ ਰੇਪ ਕਰ ਰਹੇ ਹੋ, ਪੈਕਡ ਬੋਡੀ ਉਹਦੇ ਨਾਲ ਤੁਸੀਂ ਰੇਪ ਕਰ ਰਹੇ ਹੋ। ਇਸ ਤਰ੍ਹਾਂ ਦੀ ਮੈਂਟੈਲਿਟੀ 'ਚ ਮੈਨੂੰ ਨਹੀਂ ਲੱਗਦਾ ਇਹਨੂੰ ਇਨਸਾਨ ਕਹਿਣਾ ਚਾਹੀਦਾ, ਇਹੋ ਜਿਹੇ ਇਨਸਾਨ ਨੂੰ, ਕਿਉਂਕਿ ਇਹ ਸਨਕ ਵੀ ਨਹੀਂ ਹੈ। ਇੱਕ ਹੁੰਦੀ ਸਨਕ, ਉਹਨੂੰ ਚੇਂਜ ਕੀਤਾ ਜਾ, ਠੀਕ ਕੀਤਾ ਜਾ ਸਕਦਾ। ਇਹ ਇੱਕ ਤਰ੍ਹਾਂ ਦੀ ਨਾ ਬਿਮਾਰੀ ਹੈ ਜਿਹੜੀ ਬਚਪਨ ਤੋਂ ਸਟਾਰਟ ਹੁੰਦੀ, ਜਦੋਂ ਬੰਦਾ ਕੌਨਸ਼ੀਅਸ ਹੋਣਾ ਸ਼ੁਰੂ ਹੁੰਦਾ, ਉਹ ਵੱਧਦੀ ਬਹੁਤ ਵੱਧ ਜਾਂਦੀ ਹੈ। ਔਰ ਇਹ ਦੋਨਾਂ ਧਿਰਾਂ 'ਚ ਹੁੰਦਾ, ਕੁੜੀਆਂ 'ਚ ਵੀ ਹੁੰਦਾ, ਮੁੰਡਿਆਂ 'ਚ ਵੀ ਹੁੰਦਾ। ਕੁੜੀਆਂ ਜ਼ਿੱਦੀ ਹੋ ਜਾਂਦੀਆਂ, ਉਹ ਅਗਰ ਆਪਣੇ ਬॉयਫ੍ਰੈਂਡ 'ਤੇ ਜਾਂ ਆਪਣੇ ਬ੍ਰਦਰ 'ਤੇ ਜਾਂ ਆਪਣੀ ਫੈਮਿਲੀ 'ਤੇ ਕਿਸੇ ਪਰਸਨ 'ਤੇ ਗੁੱਸਾ ਨਹੀਂ ਕੱਢ ਸਕਦੀਆਂ, ਤਾਂ ਆਪਣੇ ਹਸਬੈਂਡ 'ਤੇ ਕੱਢਦੀਆਂ, ਉਹਨਾਂ ਦੀ ਫੈਮਿਲੀ 'ਤੇ। ਬੜੇ ਸਾਰੇ ਕੇਸਿਸ 'ਚ, ਜਿਸ ਤਰ੍ਹਾਂ ਮੇਰੇ ਦੇਵਰ ਨੇ ਹੱਥ ਲਗਾਇਆ, ਮੇਰੇ ਜੇਠ ਨੇ ਹੱਥ ਲਗਾਇਆ, ਐਸਾ ਹੁੰਦਾ ਨਹੀਂ ਹੈ, ਬਟ ਦੇ ਟਰਾਈ ਟੂ ਟੈਲ, ਔਰ ਫਿਰ ਪ੍ਰੋਬਲਮਸ ਕ੍ਰੀਏਟ ਕਰਦੀਆਂ। ਆਪਾਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਅਤੇ ਲਾਸਟ ਟਾਈਮ ਵੀ ਕੁਛ ਚੈਪਟਰ ਇਸ ਤਰ੍ਹਾਂ ਦੇ ਸ਼ੁਰੂ ਹੋਣ ਵਾਲੇ ਸੀ, ਲੇਕਿਨ ਸ਼ੁਰੂ ਹੋ ਨਹੀਂ ਸਕੇ, ਕਿ ਜਾਂ ਸਕੂਲ ਵਿੱਚ ਜਾਂ ਕਾਲਜ ਦੇ ਵਿੱਚ ਸੈਕਸ਼ੂਅਲ ਜਿਹੜੀ ਐਜੂਕੇਸ਼ਨ ਹੈ ਉਹ ਪਿੱਛੇ ਜੇ ਹੋਇਆ, ਮੰਗ ਵੀ ਹੋਈ ਸੀ ਕਿ ਇਸ ਤਰ੍ਹਾਂ ਦੀ ਵੀ ਦੇਣੀ ਚਾਹੀਦੀ ਹੈ ਜਾਂ ਚੈਪਟਰ ਹੋਣਾ ਚਾਹੀਦਾ। ਲੇਕਿਨ ਜਾਂ ਤਾਂ ਉਹਦੇ ਵਿੱਚ ਲੋਕ ਸ਼ਰਮ ਕਰਦੇ ਆ ਸੁਣਨ ਲੱਗੇ ਜਾਂ ਸਮਝਾਉਣ ਲੱਗੇ। ਨਹੀਂ, ਐਕਚੁਅਲੀ ਜਦੋਂ ਮੇਰਾ ਇੱਕ ਸਿਸਟਮ ਹੈ ਕਿ ਮੈਂ ਵਰਡਸ ਨੂੰ ਫਿਲਟਰ ਨਹੀਂ ਕਰਦੀ, ਕਿਉਂਕਿ ਜਿਹੜੀ ਗੱਲ ਹੈ ਸੈਕਸ ਐਜੂਕੇਸ਼ਨ ਦੀ, ਸਾਡੇ ਦੇਸ਼ 'ਚ ਕਦੀ ਨਹੀਂ ਟਿਕ ਸਕਦੀ, ਕਿਉਂਕਿ ਸਾਡੇ ਇੱਥੇ ਘਰਾਂ ਦੇ ਅੰਦਰ ਪੇਰੈਂਟਸ ਐਜੂਕੇਟਡ ਹੋਣ, ਅਨਐਜੂਕੇਟਡ, ਉੱਥੇ ਮੁੰਡਿਆਂ ਨੂੰ ਤਮੀਜ਼ ਜਿਸ ਨਾਲ ਉਹ ਨਹੀਂ ਸਿਖਾਈ ਜਾਂਦੀ ਜਲਦੀ। ਔਰ ਉਹਨਾਂ ਨੂੰ ਜੇ ਤੁਸੀਂ ਸੈਕਸ ਐਜੂਕੇਸ਼ਨ ਦੀ ਗੱਲ ਕਰ ਰਹੇ ਸਕੂਲ 'ਚ ਦੇਣੀ ਸ਼ੁਰੂ ਕਰ ਦਿੱਤੀ, ਇਹ ਤਾਂ ਉਸ ਤਰ੍ਹਾਂ ਹੋ ਜਾਏਗਾ ਕਿ ਉਹਨਾਂ ਨੂੰ ਇੱਕ ਰਸਤਾ ਮਿਲ ਜਾਏਗਾ। ਫਿਰ YouTube 'ਤੇ ਉਹ ਇਹ ਸਰਚ ਨਹੀਂ ਕਰਨਗੇ ਕਿ ਸਾਨੂੰ ਇਸ ਚੀਜ਼ ਤੋਂ ਬਚਣਾ ਕਿਵੇਂ ਹੈ, ਉਹ ਇਸ ਚੀਜ਼ ਨੂੰ ਸਰਚ ਕਰਨਗੇ ਕਿ ਆਪਾਂ ਕਰਨਾ ਕਿਸ ਤਰ੍ਹਾਂ ਹੈ। ਅਤੇ ਉਹ ਕੁੜੀਆਂ ਵਾਸਤੇ ਡੇਂਜਰਸ ਹੈ, ਉਹਨਾਂ ਦੇ ਜਿਹੜੇ ਨੀਚੇ ਲੜਕੇ ਹੈ, ਜਿਨ੍ਹਾਂ ਨੂੰ ਜਿਹੜੇ ਸਪਰੈਸਡ ਹੁੰਦੇ, ਉਹਨਾਂ ਵਾਸਤੇ ਡੇਂਜਰਸ ਹੈ। ਪਹਿਲੇ ਇਸ ਦੇਸ਼ ਦਾ ਜਿਹੜਾ ਸਿਸਟਮ ਹੈ ਨਾ, ਕਿ ਜਿਹੜੇ ਪਹਿਲੇ ਪੁਰਾਣੇ ਦਿਮਾਗ ਚੱਲਦੇ ਆ ਰਹੇ ਹੈ ਕਿ ਕੁੜੀਆਂ ਬੋਝ ਹੈ ਔਰ ਮੁੰਡਿਆਂ ਨੂੰ ਕੁਛ ਵੀ ਕਰਨ ਦੀ, ਪਹਿਲੇ ਉਸ ਚੀਜ਼ ਨੂੰ ਸੁਧਾਰਨਾ ਪਏਗਾ। ਐਜੂਕੇਸ਼ਨ ਤਾਂ ਤਦ ਦਿਓਗੇ ਨਾ ਜੇ ਅਗਲਾ ਲੈਣ ਵਾਲਾ ਹੋਏਗਾ। ਅਗਲੇ ਨੇ ਸਟਾਰਟਿੰਗ ਤੋਂ ਹੀ ਕਹਿ ਦੇਣਾ ਕਿ ਨਹੀਂ ਇਹ ਤਾਂ ਗਲਤ ਹੈ, ਬੇਕਾਰ ਹੈ, ਇਹ ਤਾਂ ਸਭ। ਔਰ ਕੁਝ ਲੋਕ ਇਹਨੂੰ ਐਜ਼ ਅ ਫਨ ਲੈ ਲੈਂਦੇ ਆ। ਅੱਜ ਕੱਲ੍ਹ ਕੋਐਡ ਸਕੂਲਾਂ 'ਚ ਮੁੰਡੇ ਕੁੜੀਆਂ ਆਪਸ 'ਚ ਬੈਠਦੇ ਨੇ, ਗੱਲਾਂ ਕਰਦੇ ਨੇ। ਮੇਰੇ ਸਰਕਲ, ਮੇਰੀ ਫੈਮਿਲੀ 'ਚ ਨੇ ਸਾਰੀਆਂ ਲੜਕੀਆਂ ਕੋਐਡ ਸਕੂਲਾਂ 'ਚ ਪੜ੍ਹੀਆਂ, ਪਰ ਐਸਾ ਕੁਛ ਨਹੀਂ ਹੈ। ਔਰ ਅਗਰ ਲੜਕੀ ਕਿਸੇ 'ਚ ਇੰਟਰਸਟਿਡ ਹੈ ਜਾਂ ਲੜਕਾ ਕਿਸੇ 'ਚ ਇੰਟਰਸਟਿਡ ਹੈ, ਅਤੇ ਇਹ ਚੀਜ਼ ਲਿਆਉਣਾ ਵਿੱਚ ਕਿ ਉਹਨੂੰ ਤੁਸੀਂ ਇਹ ਚੀਜ਼ ਨਾਲ ਅਟੈਚ ਕਰੋ ਜਾਂ ਉਹਨੂੰ ਇਹ ਐਜੂਕੇਸ਼ਨ ਦਿਓ। ਅਗਰ ਐਜੂਕੇਸ਼ਨ ਦੇਣੀ ਹੈ, ਫਾਦਰ ਆਪਣੇ ਬੇਟੇ ਨੂੰ ਬਿਠਾਏ ਕਿ ਦੇਖ ਮੈਨੂੰ ਪਤਾ ਤੇਰੀ ਗਰਲਫ੍ਰੈਂਡ ਹੈ, ਪਰ ਕਿਸੇ ਨੇ ਕੁਝ ਗਲਤ ਨਾ ਕਰੀ, ਇਸ ਤਰ੍ਹਾਂ ਹੁੰਦਾ, ਇਸ ਤਰ੍ਹਾਂ ਹੁੰਦਾ, ਇਸ ਤਰ੍ਹਾਂ ਦੇ ਖਿਆਲ ਆਉਂਦੇ ਆ, ਤੂੰ ਨਹੀਂ ਕਰਨਾ। ਉਹਨੂੰ ਕਹਿੰਦੇ ਐਜੂਕੇਸ਼ਨ। ਮਦਰ ਬਿਠਾਏ ਕਿ ਦੇਖ ਗੱਲ ਇੱਜ਼ਤ ਦੀ ਨਹੀਂ ਹੈ, ਜਿਸ ਤਰ੍ਹਾਂ ਸਾਡਾ ਮੁੰਡਾ ਉਸ ਤਰ੍ਹਾਂ ਸਾਡੀ ਕੁੜੀ, ਉਸ ਤਰ੍ਹਾਂ ਤੂੰ।
बट अपना भी ध्यान रखना है, टेक केयर। ਇਹ गलत चीज़ नहीं है, बट मतलब ਉਹਦਾ ਇੱਕ ਟਾਈਮ ਹੁੰਦਾ ਹਰ ਚੀਜ਼ ਦਾ, ਪਰ ਉਹ ਕੋਈ ਨਹੀਂ ਕਰਦਾ। ਟਰਸਟ ਇਸ਼ੂਜ਼ ਬੜੇ ਹੁੰਦੇ ਆ, ਟਰਸਟ ਨਹੀਂ ਇੱਕ ਦੂਸਰੇ 'ਤੇ ਕਿਸੇ ਨੂੰ, ਤਾਂ ਵੀ ਇਹ ਪ੍ਰੋਬਲਮਸ ਹੋ ਜਾਂਦੀਆਂ ਨਾ, ਜਾਂ ਮੇਲ ਈਗੋ ਜਾਂ ਫੀਮੇਲ ਈਗੋ ਹੋ ਤਾਂ ਵੀ ਪ੍ਰੋਬਲਮਸ ਹੁੰਦੀਆਂ। ਅਤੇ ਜਿਹੜੀ ਐਜੂਕੇਸ਼ਨ ਹੈ, ਸੈਕਸ ਐਜੂਕੇਸ਼ਨ ਹੈ, ਇਹ ਇੰਨੀ ਆਸਾਨੀ 'ਚ ਸਾਡੇ ਦੇਸ਼ 'ਚ ਲਾਗੂ ਨਹੀਂ ਹੋ ਸਕਦੀ, ਕਿਉਂਕਿ ਸਾਡੇ ਦੇਸ਼ 'ਚ ਤਾਂ ਜਿੱਥੇ ਇੱਕ ਨੇਤਾ ਜਿਹਨੂੰ ਚੁਣ ਕੇ ਬਿਠਾਇਆ ਗਿਆ ਉਹ ਕਹਿ ਰਿਹਾ ਕਿ ਮੁੰਡੇ ਤਾਂ ਇਸ ਤਰ੍ਹਾਂ ਕਰਦੇ ਹੁੰਦੇ ਆ, ਉੱਥੇ ਤੁਸੀਂ ਸੈਕਸ ਐਜੂਕੇਸ਼ਨ ਦੇਣੀ ਸ਼ੁਰੂ ਕਰ ਦੋਗੇ ਅਤੇ ਉਹ ਮੁੰਡੇ ਤਾਂ ਐਸਾ ਕਰੀ ਜਾਣਗੇ। ਅੱਗੇ ਡੇਲੀ ਕੇਸਿਸ 40 ਪਰ ਡੇ ਕੇਸਿਸ ਹੁੰਦੇ, ਲਾਈਕ ਇੰਟਰਵਿਊ ਹੋ ਰਿਹਾ ਨਾ ਇਸ ਟਾਈਮ ਵੀ ਕਿਸੇ ਕੁੜੀ ਨਾਲ ਜਾਂ ਕਿਸੇ ਲੇਡੀ ਨਾਲ ਗਲਤ ਹੋ ਰਿਹਾ ਹੋਏਗਾ, ਔਰ ਉਹ ਵੀ ਰਿਪੋਰਟਡ ਕੇਸਿਸ, ਅਨਰਿਪੋਰਟਡ ਦੀ ਤਾਂ ਗਿਣਤੀ ਕੋਈ ਨਹੀਂ। ਅਤੇ ਫਿਰ ਉਸ ਹਿਸਾਬ ਨਾਲ ਮੈਨੂੰ ਨਹੀਂ ਲੱਗਦਾ ਕਿ ਸੈਕਸ ਐਜੂਕੇਸ਼ਨ ਤਦ ਤੱਕ ਦੇਣੀ ਚਾਹੀਦੀ ਜਦ ਤੱਕ ਸਾਡੀ ਜੁਡੀਸ਼ਰੀ ਕੋਈ ਬਹੁਤ ਹਾਰਡ ਸਟੈਪ ਨਹੀਂ ਲਵੇ। ਨਿਰਭਇਆ ਦੇ ਟਾਈਮ 'ਤੇ ਇਹ ਹੋਣਾ ਚਾਹੀਦਾ, ਉਦੋਂ ਹੀ ਈਜ਼ੀਲੀ ਹੋ ਜਾਂਦਾ, ਕਨਫੈਸ ਹੋ ਚੁੱਕਾ ਸੀ ਉਹਨਾਂ ਨੇ ਕਿਉਂ ਕੀਤਾ, ਕਿਸ ਲਈ ਕੀਤਾ। ਇੰਡੀਆ ਗੇਟ ਦੇ ਬਾਹਰ ਖੜ੍ਹੇ ਹੋਏ ਉਹਨਾਂ ਨੂੰ ਜਨਤਾ ਦੇ ਹਵਾਲੇ ਕਰ ਦਿੰਦੇ, ਉਹ ਤਾਂ ਵੈਸੇ ਹੀ ਜਨਤਾ ਦਾ ਇਨਸਾਫ ਤਾਂ ਸਭ ਤੋਂ ਵੱਡਾ, ਮੌਤ ਦਾ ਇਨਸਾਫ ਤਾਂ ਸਭ ਤੋਂ ਵੱਡਾ ਇਨਸਾਫ, ਆਪਣੇ ਆਪ ਉਹਨਾਂ ਦੀ ਭੜਾਸ ਨਿਕਲ ਜਾਂਦੀ। ਅਤੇ ਲੋਕਾਂ ਨੂੰ ਜਿਹੜੇ ਸੋਚਦੇ ਹੈ ਕਿ ਰੇਪ ਹੋਣਾ ਚਾਹੀਦਾ, ਕਰਨਾ ਚਾਹੀਦਾ, ਜਾਂ ਕੁੜੀ ਨੂੰ ਬਾਹਰ ਨਹੀਂ ਨਿਕਲਣਾ ਚਾਹੀਦਾ ਜਾਂ ਸਮਥਿੰਗ ਲਾਈਕ, ਅਤੇ ਉਹ ਥੋੜ੍ਹਾ ਜਿਹਾ ਡਰਦੇ, ਕੁਛ ਡਰ ਤਾਂ ਹਾਸ ਹੁੰਦਾ। ਦੁਬਈ ਵਰਗੇ ਦੇਸ਼ਾਂ 'ਚ ਇੱਕ 8 ਸਾਲ ਆਪਾਂ ਟਰੈਵਲ ਟ੍ਰਿਪ 'ਤੇ ਗਏ ਸੀ 2008 'ਚ, ਅਤੇ ਉੱਥੇ ਸਾਊਦੀ ਅਰੇਬੀਆ 'ਚ ਇੱਕ 8 ਸਾਲ ਦੇ ਮੁੰਡੇ ਨਾਲ ਇੱਕ ਉਹਦੇ ਟੀਚਰ ਨੇ ਰੇਪ ਕੀਤਾ, ਅਤੇ ਉਹਦੇ ਟੀਚਰ ਨੂੰ ਉਹਨਾਂ ਨੇ ਮਤਲਬ ਸ਼ੂਟ ਕਰਤਾ ਸੀ ਚੁਰਾਹੇ 'ਚ ਖੜ੍ਹਾ ਕਰਕੇ। ਹੁਣ ਉਹ ਕੰਟਰੀਜ਼ ਇੰਨੀਆਂ ਡਿਵੈਲਪ ਨੇ, ਕਹਿਣਗੇ ਕਿ ਉਹਨਾਂ ਕੋਲ ਤਾਂ ਪੈਸਾ ਹੀ ਬੜਾ ਹੈ, ਐਸਾ ਕੁਛ ਨਹੀਂ ਹੈ। ਉਹਨਾਂ ਦੀ ਮੈਂਟੈਲਿਟੀ ਹੈ ਕਿ ਜੇ ਆਪਾਂ ਗੰਦਗੀ ਸੰਭਾਲਾਂਗੇ ਅਤੇ ਆਪਾਂ ਗੰਦਗੀ ਉਹਨੂੰ ਆਪਾਂ ਸਵਾਰ ਨਹੀਂ ਸਕਦੇ। ਉੱਥੇ ਹਰ ਕੋਈ ਹਰ ਤਰ੍ਹਾਂ ਦਾ ਰੂਲ ਫੋਲੋ ਕਰਦਾ। ਤੁਸੀਂ ਗੱਲ ਕੀਤੀ ਸੀ ਕਿ ਜਿਹੜੀ ਜਜਮੈਂਟ ਹੈ ਉਹ ਉਦੋਂ ਲੇਟ ਹੋ ਜਾਂਦੀ ਹੈ, ਲੇਕਿਨ ਗਲਤ ਵੀ ਆ ਜਾਂਦੀ ਹੈ ਔਰ ਲੇਟ ਵੀ ਹੋ ਜਾਂਦੀ ਹੈ, ਤਦ ਤੱਕ ਜਿਹਦੇ ਨਾਲ ਰੇਪ ਹੋਇਆ ਹੁੰਦਾ ਉਹਦੀ ਡੈਥ ਵੀ ਹੋ ਜਾਂਦੀ ਹੈ। ਜਦੋਂ ਇਹ ਬੁੱਕ ਹੋਈ ਉਸ ਤੋਂ ਬਾਅਦ ਕਾਫੀ ਲੋਕਾਂ ਨੇ ਬੁਲਾਇਆ, ਥੋੜ੍ਹਾ ਐਨਕਰੇਜ ਕੀਤਾ, ਮੈਂ ਔਨਲਾਈਨ ਬੜੇ ਬਲੌਗਸ ਲਿਖਣੇ ਸ਼ੁਰੂ ਕੀਤੇ। ਫਿਰ ਇੱਕ ਯੂਟਿਊਬ ਵੀਡੀਓ ਜਿਹੜੀ ਮੈਂ ਤੁਹਾਨੂੰ ਕਹਿ ਰਹੀ ਹੈ ਚਾਈਲਡ ਅਬਿਊਜ਼ 'ਤੇ ਬਣਾਈ, ਬਲੀਡਿੰਗ ਐਂਜਲ, ਉਹ ਪੰਜਾਬੀ 'ਚ ਹੈ ਅਤੇ ਈਜ਼ੀਲੀ ਅਵੇਲੇਬਲ ਹੈ ਔਰ ਦੇਖੀ ਜਾ ਸਕਦੀ, ਮਤਲਬ ਹਰ ਕੋਈ ਦੇਖ ਸਕਦਾ। ਮੈਂ ਹੁਣ ਜਿਸ ਤਰ੍ਹਾਂ ਤੁਸੀਂ ਸੈਕਸ ਐਜੂਕੇਸ਼ਨ ਦੀ ਗੱਲ ਕੀਤੀ, ਔਰ ਉੱਥੇ ਜਿਸ ਤਰ੍ਹਾਂ ਛੋਟੇ ਛੋਟੇ ਸੀਰੀਜ਼ ਹੁੰਦੀਆਂ ਜਿਹੜੀਆਂ ਉਹ ਬਣਨਗੀਆਂ, ਕਿਉਂਕਿ ਲੋਕ ਪੜ੍ਹਦੇ ਘੱਟ ਹੈ, ਬੁੱਕਸ ਪੜ੍ਹਨ ਦਾ ਟਰੈਂਡ ਬਹੁਤ ਘੱਟ ਹੋ ਗਿਆ। ਬਾਕੀ ਮੈਂ ਐਕਟਿਵ ਰਹਿੰਦੀ ਹਾਂ, ਜਿਸ ਤਰ੍ਹਾਂ ਕੋਈ ਬੁਲਾਏ, ਕਿਸੇ ਦੇ ਕੋਲ ਜਾਣਾ ਹੈ, ਸਮਥਿੰਗ ਲਾਈਕ ਦੈਟ, ਐਕਟਿਵ ਇਸ ਲਈ ਰਹਿੰਦੀ ਹਾਂ ਕਿਉਂਕਿ ਇਸ ਚੀਜ਼ ਨੂੰ ਹੁਣ ਹਵਾ ਦੇਣ ਦੀ ਜ਼ਰੂਰਤ ਹੈ। ਜੇ ਆਪਾਂ ਗੱਲ ਕਰੀਏ ਕਿ ਸਿਰਫ ਕਿਸੇ ਇੱਕ ਇੰਸੀਡੈਂਟ ਨੂੰ ਲੈ ਕੇ, ਜੇ ਨਿਰਭਇਆ ਜਾਂ ਪ੍ਰਿਅੰਕਾ ਰੈਡੀ ਨੂੰ ਲੈ ਕੇ, ਆਸਿਫਾ ਨੂੰ ਲੈ ਕੇ ਆਪਾਂ ਰਿਵੋਲਟ ਦਿਖਾਈਏ ਉਸ ਤੋਂ ਬਾਅਦ ਚੁੱਪ ਕਰਕੇ ਬੈਠ ਜਾਈਏ, ਉਹ ਨਹੀਂ ਹੁੰਦਾ। ਹੁਣ ਇਹ ਹਰ ਕਿਸੇ ਨੂੰ ਆਪਣੇ ਘਰ 'ਚ ਸੋਚਣਾ ਪਏਗਾ, ਹਰ ਘਰ 'ਚ ਹਰ ਕਿਸੇ ਨੂੰ ਸੋਚਣਾ ਪਏਗਾ ਕਿ ਇਹ ਚੀਜ਼ ਨੂੰ ਖ਼ਤਮ ਕਰਨਾ ਹੈ। ਔਰ ਕਾਫੀ ਹੱਦ ਤੱਕ ਜਿਹੜੇ ਯੰਗਸਟਰਸ ਨੇ, ਜਿਹੜੇ ਕੁਛ ਬਣਨਾ ਚਾਹੁੰਦੇ ਆ, ਇੰਜੀਨੀਅਰ, ਡਾਕਟਰ, ਕਾਫੀ ਹੱਦ ਤੱਕ ਜਿਹੜਾ ਹੈ ਰੇਪ ਉਹਨਾਂ ਦੇ ਦਿਮਾਗ 'ਚ ਨਹੀਂ ਆਉਂਦਾ, ਬਿਕੋਜ਼ ਉਹ ਖੁਦ ਵੀ ਸੋਚਦੇ ਕਿ ਆਪਾਂ ਕੁਛ ਅੱਛਾ, ਮੇਨਲੀ ਤਾਂ ਮੁੰਡੇ ਕੁੜੀਆਂ ਅੱਜ ਕੱਲ੍ਹ ਇਹੀ ਸੋਚਦੇ ਕਿ ਬਾਹਰ ਜਾ ਕੇ ਸੈਟਲ ਹੋਣਾ, ਕਿਉਂਕਿ ਉਹਨਾਂ ਨੂੰ ਇਨਸਿਕਿਉਰਿਟੀ ਮਹਿਸੂਸ ਹੁੰਦੀ ਹੈ ਇੱਥੇ ਇੰਡੀਆ 'ਚ। ਇੱਕ ਡਾਕਟਰ ਰੈਡੀ ਦਾ ਜਿਹੜਾ ਹੋਇਆ ਸੀ ਲਾਸਟ, ਔਰ ਉਹਦੇ ਵਿੱਚ ਜਿਹੜੀ ਜਜਮੈਂਟ ਆਈ, ਖਾਸ ਕਰਕੇ ਪੁਲਿਸ ਨੇ ਜਿਹੜਾ ਇਨਕਾਊਂਟਰ ਕੀਤਾ ਸੀ, ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੋ ਜਾਵੇ ਤਾਂ ਮੇਰੇ ਖਿਆਲ 'ਚ ਅੱਗੇ ਜਿਹੜੇ ਰੇਪ ਹੈ ਉਹ ਤੁਹਾਨੂੰ ਲੱਗਦਾ ਕਿ ਜਾਂ ਘੱਟ ਹੋ ਜਾਣਗੇ ਜਾਂ ਬੰਦ ਹੋ ਜਾਣਗੇ? ਨਹੀਂ, ਮੈਨੂੰ ਨਹੀਂ ਲੱਗਦਾ, ਕਿਉਂਕਿ ਰੀਸੈਂਟਲੀ ਤੁਸੀਂ ਕਹਿ ਰਹੇ ਹੋ ਕਿ ਹਰ ਇਨਸਾਨ, ਇਹ ਜ਼ਰੂਰੀ ਨਹੀਂ ਕਿ ਅਗਰ ਉਹ ਪੁਲਿਸਮੈਨ ਹੈ ਤਾਂ ਸਹੀ ਹੋਏਗਾ। ਰੀਸੈਂਟਲੀ ਇੱਕ ਕੇਸ ਹੋਇਆ, ਉਹ ਪੁਲਿਸ ਥਾਣੇ 'ਚ ਲੈ ਜਾ ਕੇ ਉਹਨਾਂ ਨੇ ਜਿਹੜੇ ਦਲਿਤ ਲੜਕੀ ਦਾ ਕੀਤਾ ਰੇਪ, ਸਾਰਿਆਂ ਨੇ ਮਿਲ ਕੇ। ਅਤੇ ਜਿਹੜੇ ਘਰ ਸਕੂਲ ਤੋਂ ਕਿਸੇ ਮੇਲੇ ਤੋਂ ਘਰ ਜਾ ਰਹੀ ਸੀ ਅਤੇ ਉਹਨੂੰ ਲਿਫਟ ਦੇ ਕੇ, ਅਤੇ ਐਂਡ ਐਸਾ ਕੁਛ ਨਹੀਂ ਹੈ। ਹਾਂ, ਜਿਹੜਾ ਪ੍ਰਿਅੰਕਾ ਰੈਡੀ ਦੇ ਕੇਸ 'ਚ ਉਹਨਾਂ ਨੇ ਸਟੈਪ ਚੁੱਕਿਆ, ਉਹ ਸਾਰੇ ਜਿਹੜੇ ਪੁਲਿਸ ਵਾਲੇ ਉਹਨਾਂ ਨੂੰ ਜਿਨ੍ਹਾਂ ਨੇ ਔਨਰ ਕੀਤਾ, ਉਹ ਗੈਰਤਮੰਦ ਸੀ। ਉਹਨਾਂ ਦੇ ਮੇਬੀ ਨਾ ਵੀ ਉਹਨਾਂ ਦੇ ਘਰ ਕੁੜੀਆਂ ਹੋਣ, ਧੀਆਂ ਭੈਣਾਂ ਨਾ ਵੀ ਹੋਣ, ਉਹਨਾਂ ਨੂੰ ਸੀ ਕਿ ਇਸ ਤਰ੍ਹਾਂ ਦਾ ਜਿਹੜਾ ਖੂੰਖਾਰ ਜਿਹੜਾ ਸਟੈਪ ਹੈ ਉਹ ਜਾਨਵਰ ਹੀ ਚੁੱਕ ਸਕਦੇ ਆ, ਔਰ ਜਾਨਵਰ ਵੀ ਇਸ ਤਰ੍ਹਾਂ ਦੇ ਸਟੈਪ ਨਹੀਂ ਚੁੱਕਦੇ। ਇੱਥੇ ਕੋਈ ਸਰਵਾਈਵਲ ਆਫ ਦਾ ਫਿਟੈਸਟ ਵਾਲਾ ਕੰਮ ਨਹੀਂ ਚੱਲ ਰਿਹਾ ਕਿ ਜੇ ਆਪਾਂ ਇਹਨੂੰ ਰੇਪ ਨਹੀਂ ਕਰਾਂਗੇ ਤਾਂ ਫਿਰ ਪਤਾ ਨਹੀਂ ਕੀ ਹੋਏਗਾ, ਜਾਂ ਆਪਾਂ ਇਹਨੂੰ ਰੇਪ ਕਰਕੇ ਛੱਡ ਦਾਂਗੇ ਤਾਂ ਪਤਾ ਨਹੀਂ ਕੀ ਹੋਏਗਾ, ਸਮਥਿੰਗ ਲਾਈਕ ਦੈਟ। ਉਹਨਾਂ ਨੇ ਬਸ, ਉਹਨਾਂ ਦੀ ਸਨਕ ਸੀ ਕਿ ਆਪਾਂ ਸਬੂਤ ਮਿਟਾਉਣਾ, ਇਹ ਮਰ ਜਾਏਗੀ, ਜੇ ਸਿਆਪਾ ਹੀ ਮੁੱਕ ਜਾਵੇਗਾ ਦਾ, ਅਤੇ ਫਿਰ ਸਾਨੂੰ ਕੌਣ ਫੜੇਗਾ। ਪਰ ਉਹਨਾਂ ਨੂੰ ਇਹ ਲੱਗਾ ਕਿ ਛੁੱਟ ਜਾਣਗੇ। ਮੇ ਬੀ
ਜਿਹੜੇ ਉੱਥੇ ਨੇ ਜਿਹੜੇ ਪੁਲਿਸ ਕਰਮੀਆਂ ਨੇ ਉਹਨਾਂ ਨੂੰ ਸ਼ੂਟਰ ਸਾਈਡ ਇਨਕਾਊਂਟਰ ਕਰ ਦਿੱਤਾ ਸੀ ਉਹਨਾਂ ਨੇ ਸ਼ਾਇਦ ਇਹ ਸੋਚਿਆ ਕਿ ਅਗਰ ਅੱਜ ਇਹ ਕਰ ਸਕਦੇ ਕੱਲ੍ਹ ਨੂੰ ਛੁੱਟ ਜਾਣਗੇ ਫਿਰ ਕਰਨਗੇ। ਨਿਰਭਇਆ ਦੇ ਕੇਸ 'ਚ ਵੀ ਇਸ ਤਰ੍ਹਾਂ ਦਾ ਹੀ ਕੋਈ ਜੱਜਮੈਂਟ ਹੋਣਾ ਚਾਹੀਦਾ ਸੀ ਤਾਂ ਕਿ ਲੋਕਾਂ ਦੀਆਂ ਅੱਖਾਂ ਖੁੱਲ੍ਹਣ। ਹੋਇਆ ਇਸ ਤਰ੍ਹਾਂ ਨਹੀਂ। ਨਿਰਭਇਆ ਨਾਲ ਤਾਂ ਖੈਰ ਇੰਨੇ ਸਾਲ ਕੇਸ ਚੱਲਿਆ ਔਰ ਜਿਹੜਾ 11 ਸਾਲ ਦਾ ਮੁੰਡਾ ਸੀ ਜਿਹਨੇ ਉਹਨਾਂ ਨੂੰ ਬੱਸ 'ਚ ਸੱਦਿਆ ਸੀ 12 ਸਾਲ ਦਾ, ਉਹਨੂੰ ਤੁਸੀਂ 3 ਸਾਲ ਰਿਮਾਂਡ ਹੋਮ 'ਚ ਜੁਵੈਨਾਈਲ ਹੋਮ 'ਚ ਰੱਖ ਕੇ ਉਹਨੂੰ ਫਿਰ ਤੁਸੀਂ ਚੈਨਈ 'ਚ ਕਿਤੇ ਮਦਰਾਸ ਵਗੈਰਾ ਮਤਲਬ ਉਸ ਸਾਈਡ 'ਤੇ ਕਿਸੇ ਸਾਊਥ ਸਾਈਡ 'ਤੇ ਕਿਸੇ ਜਗ੍ਹਾ 'ਤੇ ਕੁੱਕ ਲਗਾਤਾ। ਹੁਣ ਮੈਨੂੰ ਕੋਈ ਇੰਨੀ ਚੀਜ਼ ਦੱਸ ਦੇ ਕਿ ਜਿਹਨੇ 11 ਸਾਲ ਦੀ ਉਮਰ 'ਚ ਐਡਾ ਵੱਡਾ ਕਾਂਡ ਕੀਤਾ ਸੀ ਉਹ 40 ਸਾਲ ਦੀ 50 ਸਾਲ ਦੀ ਉਮਰ 'ਚ ਨਹੀਂ ਕਰੇਗਾ, ਇਹਦੀ ਗਾਰੰਟੀ ਕੀ ਹੈ? ਇੰਨੀ ਸਾਡੇ ਕੋਲ ਪੁਲਿਸ ਨਹੀਂ ਹੈ ਕਿ ਇੱਕ ਬੰਦੇ 'ਤੇ ਨਜ਼ਰ ਰੱਖੇ। ਹੋਣਾ ਕੀ ਚਾਹੀਦਾ ਸੀ ਕਿ ਕੁਝ ਜ਼ਿਆਦਾ ਸਖਤ ਉਦੋਂ ਹੀ ਹੋ ਜਾਂਦਾ ਤਾਂ ਸ਼ਾਇਦ ਪ੍ਰਿਯੰਕਾ ਰੈਡੀ ਵੀ ਨਹੀਂ ਹੁੰਦਾ ਅਤੇ ਆਸਿਫਾ ਵੀ ਨਹੀਂ ਹੁੰਦਾ ਅਤੇ ਔਰ ਬਹੁਤ ਸਾਰੀਆਂ ਕੁੜੀਆਂ ਭੈਣਾਂ ਮਦਰਸ ਗ੍ਰੈਂਡ ਮਦਰਸ ਮੱਚ ਜਾਂਦੀਆਂ। ਬੋਲੀ ਹੋਲੀ ਬਾਬਾ ਚੈਨਲ ਦੇ ਮਾਧਿਅਮ ਦੇ ਨਾਲ ਤੁਸੀਂ ਕੀ ਉਹਨਾਂ ਖਾਸ ਕਰਕੇ ਜਾਂ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਜਾਂ ਉਹਨਾਂ ਦੇ ਮਾਤਾ ਪਿਤਾ ਨੂੰ ਕਹਿਣਾ ਚਾਹੋਗੇ ਕਿ ਇਸ ਚੀਜ਼ ਨੂੰ ਘਟਾਉਣ ਵਾਸਤੇ ਕੀ ਕੁਝ ਹੋਣਾ ਚਾਹੀਦਾ, ਕੀ ਕਰਨਾ ਚਾਹੀਦਾ ਖਾਸ ਕਰਕੇ ਆਪਣੇ ਘਰ ਤੋਂ ਹੀ? ਸਭ ਤੋਂ ਪਹਿਲੇ ਹੈ ਦਾਦੀਆਂ ਨਾਨੀਆਂ ਜਿਹੜੀਆਂ ਹੁੰਦੀਆਂ ਹਾਏ ਮੇਰਾ ਪੁੱਤ ਹਾਏ ਮੇਰਾ ਪੋਤਰਾ ਇਹ ਸਭ ਚੀਜ਼ਾਂ ਛੱਡਣੀਆਂ ਪੈਣਗੀਆਂ ਕਿਉਂਕਿ ਅੱਜ ਕੱਲ੍ਹ ਕੁੜੀਆਂ ਬਿਲਕੁਲ ਇਕੁਅਲ ਨੇ। ਜੇ ਮੁੰਡਾ ਐਸਟਰੋਨੌਟ ਬਣ ਸਕਦਾ ਤਾਂ ਕੁੜੀ ਵੀ ਬਣ ਸਕਦੀ ਹੈ, ਸਿਰਫ ਉਹਨੂੰ ਥੋੜ੍ਹੇ ਸਪੋਰਟ ਦੀ ਜ਼ਰੂਰਤ ਹੁੰਦੀ ਹੈ। ਅਗਰ ਤੁਹਾਡੀ ਕੁੜੀ ਇਕੱਲੀ ਕਿੱਥੇ ਜਾ ਰਹੀ ਹੈ ਤੁਹਾਨੂੰ ਡਰ ਲੱਗ ਰਿਹਾ ਅਤੇ ਤੁਹਾਨੂੰ ਲੱਗਦਾ ਕਿ ਉਹਨੂੰ ਸਪੋਰਟ ਦੀ ਜ਼ਰੂਰਤ ਹੈ ਕਿਸੇ ਨੂੰ ਨਾਲ ਭੇਜ ਸਕਦੇ ਹੋ ਤੁਸੀਂ, ਪਰ ਉਹਨੂੰ ਇਹ ਨਾ ਕਹੋ ਕਿ ਤੂੰ ਨਾ ਜਾ। ਜਿਸ ਤਰ੍ਹਾਂ ਐਕਸਪਲੋਰ ਕਰਨ ਦਾ ਜਿਹੜਾ ਹੁੰਦਾ ਨਾ ਇੱਕ ਸਭ ਨੂੰ ਹੋਣਾ ਚਾਹੀਦਾ। ਬਾਕੀ ਪੇਰੈਂਟਸ ਨੂੰ ਘਰ 'ਚ ਹੀ ਸਟਾਰਟਿੰਗ ਤੋਂ ਹੀ ਬੱਚਿਆਂ ਨੂੰ ਇਹ ਸਮਝਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਖਾਸ ਕਰ ਮੁੰਡਿਆਂ ਨੂੰ ਕਿ ਰਿਸਪੈਕਟ ਵੂਮਨ ਜਿਹੜਾ ਕਿ ਇੱਕ ਬਹੁਤ ਵੱਡਾ ਈਵਨ ਆਪਣੇ ਬੱਚਿਆਂ ਦੇ ਸਾਹਮਣੇ ਆਪਣੀ ਵਾਈਫ ਜਾਂ ਆਪਣੇ ਘਰ 'ਚ ਕਿਸੇ ਹੋਰ ਲੇਡੀ ਨਾਲ ਕੁਝ ਗਲਤ ਹੋ ਰਿਹਾ ਤਾਂ ਉਹਦੇ 'ਤੇ ਆਵਾਜ਼ ਚੁੱਕਣੀ ਚਾਹੀਦੀ ਹੈ। ਉਸ ਦਿਨ ਮੈਨੂੰ ਲੱਗਦਾ ਕਿ ਕਾਫੀ ਕੁਝ ਸਹੀ ਹੋ ਜਾਏਗਾ। ਪਲਕ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਸਾਡੇ ਇਸ ਚੈਨਲ ਦੇ ਵਿੱਚ ਸਾਡੇ ਨਾਲ ਮੁਲਾਕਾਤ ਦੇ ਦੌਰਾਨ ਸਾਡੇ ਵਾਸਤੇ ਵੀ ਬਹੁਤ ਸਮਾਂ ਜਿਹੜਾ ਹੈਗਾ ਤੁਸੀਂ ਕੱਢਿਆ ਔਰ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਜਿਸ ਲਈ ਤੇ ਤੁਸੀਂ ਚੱਲ ਰਹੇ ਜੇ ਪਰਮਾਤਮਾ ਤੁਹਾਨੂੰ ਹੋਰ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਪਰਮਾਤਮਾ ਬਹੁਤ ਸਾਰੀਆਂ ਬੁਲੰਦੀਆਂ 'ਤੇ ਲੈ ਕੇ ਜਾਵੇ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਓਕੇ ਜੀ। ਇਹ ਸਨ ਪਲਕ ਕੁੰਦਰਾ ਜੀ ਔਰ ਇਹਨਾਂ ਨੇ ਦੱਸਿਆ ਕਿ ਇਹ ਮੇਰੀ ਬੁੱਕ ਲਿਖਣ ਦਾ ਮਕਸਦ ਸਿਰਫ ਇਹੀ ਸੀ ਕਿ ਲੋਕਾਂ ਤੱਕ ਇੱਕ ਸੁਨੇਹਾ ਵੀ ਜਾਵੇ ਕਿ ਲੜਕੇ ਔਰ ਲੜਕੀ ਦੇ ਵਿੱਚ ਜਿਹੜਾ ਹੈਗਾ ਕੋਈ ਫਰਕ ਨਹੀਂ ਹੁੰਦਾ ਔਰ ਅਗਰ ਆਪਾਂ ਆਪਣੇ ਦੇਸ਼ ਦੀ ਆਪਣੇ ਭਾਰਤ ਦੀ ਗੱਲ ਕਰਦੇ ਹਾਂ, ਅਗਰ ਸਾਡਾ ਕਾਨੂੰਨ ਇੱਥੇ ਥੋੜ੍ਹਾ ਜਿਹਾ ਸਖਤ ਹੋ ਜਾਵੇ ਤਾਂ ਮੇਰੇ ਖਿਆਲ 'ਚ ਜਿਹੜਾ ਇਹ ਹੈਗਾ ਰੇਪ ਜਿਹੜੇ ਹੁੰਦੇ ਨੇ ਜਿਹੜੇ ਗੈਂਗ ਰੇਪਸ ਹੁੰਦੇ ਨੇ ਉਹਨਾਂ 'ਤੇ ਠੱਲ ਪਾਈ ਜਾ ਸਕਦੀ ਹੈ। ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਵਿੰਦਰ ਸਿੰਘ, ਬੋਲੀ ਹੋਲੀ ਬਾਬਾ, ਅੰਮ੍ਰਿਤਸਰ।